ਗੁਰ ਪ੍ਰਸਾਦ ਓੰਕਾਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਿਰ ਨੀਵਾ ਕਰ ਦੇਖ 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 ਆਪਨੜੇ ਗਿਰੀਵਾਨ ਮੈਂ ਆਪਨੜੇ ਗਿਰੀਵਾਨ ਮੈਂ ਆਪਨੜੇ
ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ। ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ। ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ। ਸਿਰ ਨੀਵਾ ਕਰ ਦੇਖ, 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 ਸਿਰ ਨੀਵਾ ਕਰ ਦੇਖ। ਆਪਨੜੇ ਗਿਰੀਵਾਨ ਮੈਂ, ਆਪਨੜੇ ਗਿਰੀਵਾਨ ਮੈਂ, ਆਪਨੜੇ ਗਿਰੀਵਾਨ ਮੈਂ, ਆਪਨੜੇ ਗਿਰੀਵਾਨ ਮੈਂ। ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ। ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ ਫਰੀਦਾ, ਜੇ ਤੂੰ ਅਕਲ ਲਤੀਫ। ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ। ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ, ਸਿਰ ਨੀਵਾ ਕਰ ਦੇਖ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ ਸਿਰ ਨੀਵਾ ਬਸ ਆਪਨੜੇ ਗਿਰੀਵਾਨ। ਤੇਰੀ ਜੇਬ 'ਚ ਰਤਨ ਹੈ, ਤੂੰ ਬਾਹਰ ਲੱਭਦਾ ਫਿਰਦਾ, ਆਪਣੇ ਗਰੀਵਾਨ 'ਚ ਵੜ ਜਾ ਤੇ ਫਿਰ ਲਤੀਫ ਬਣੇਗਾ ਲਿਖਣ ਵਾਲਾ, ਤੇ ਫਿਰ ਤੇਰੇ ਹੱਥ ਕਲਮ ਹੋਊਗੀ, ਕਾਗਜ਼ ਵੀ ਤੇਰਾ ਹੋਊਗਾ, ਹੱਥ ਵੀ ਤੇਰਾ ਹੋਊਗਾ, ਫਿਰ ਜਿਹੋ ਜਿਹਾ ਲਿਖੇਗਾ ਉਹੋ ਜਿਹਾ ਹੀ ਸਾਹਮਣੇ ਪ੍ਰਗਟ ਹੋਊਗਾ।
ਇੱਕ ਨਾ ਸੀਰੀਅਲ ਸੀ ਨਾ ਛੋਟੇ ਹੁੰਦਿਆਂ, ਬੱਚੇ ਬੜਾ ਵੇਂਦੇ ਸੀ। ਉਹ ਪਿਲਸਨ ਦੇ ਵਿੱਚ ਨਾ ਜਾਦੂ ਸੀ। ਉਹ ਜੋ ਵੀ ਕਾਪੀ ਤੇ ਵਾਹ ਦਿੰਦੇ ਤੇ ਉਹ ਪ੍ਰਗਟ ਹੋ ਜਾਂਦਾ ਸੀ। ਮੇਰੇ ਖਿਆਲ ਉਹਦਾ ਨਾਮ ਸੀ ਸ਼ਾਕਾ ਲਾਕਾ, ਇਸ ਤਰ੍ਹਾਂ ਬੰਬੂ ਇੱਦਾਂ ਹੀ ਯਾਦ ਬੜੇ ਚਿਰ ਦਾ ਛੋਟੇ ਹੁੰਦੇ ਵੇਂਦੇ ਸੀ। ਤੇ ਉਹ ਗੁਰਬਾਣੀ ਕਹਿੰਦੀ ਹੈ ਵੀ ਇਹ ਵੀ ਜਾਦੂ ਹੀ ਪਿਲਸਣੀ ਆ। ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਲਤੀਫ ਆ, ਕਾਗਜ਼ ਵੀ ਤੇਰਾ, ਸ਼ਾਹੀ ਵੀ ਤੇਰੀ, ਕਲਮ ਵੀ ਤੇਰੀ, ਹੱਥ ਵੀ ਤੇਰਾ। ਹੁਣ ਤੂੰ ਦੱਸ ਵੀ ਲਿਖੇਂਗਾ ਕੀ? ਹੁਣ ਤੁਸੀਂ ਇਸ ਵੇਲੇ ਕੀ ਲਿਖ ਰਹੇ ਆ? ਸੰਗਤ ਵਿੱਚ ਆਪਣਾ ਪਿਆਰ। ਇਸੇ ਟਾਈਮ ਕੋਈ ਠੇਕੇ ਤੇ ਖੜੋਤਾ, ਉਹ ਹੋਰ ਲੇਖ ਲਿਖਣ ਦਿਆ ਹੋਰ। ਕੋਈ ਉੱਥੇ ਕਿਹਦਾ ਬੱਕਰਾ ਲੈਣ ਗਿਆ, ਉਹ ਕਹਿੰਦਾ ਛੇਤੀ ਕਾਟੇ ਦਾ ਸਿਰ ਮੈਂ ਜਾਣਾ। ਬਾਬਾ ਫਰੀਦ ਸਾਹਿਬ ਕਹਿੰਦੇ ਤੇਰੇ ਹੱਥ ਆ ਸਭ ਕੁਝ, ਵੇਖ ਲੈ ਜੋ ਲਿਖਣਾ। ਜਿਹੜਾ ਸੌਦਾ ਲੈਣ ਜਾਈਏ ਤੇ ਲਿਖਿਆ ਹੁੰਦਾ ਨਾ ਘਰੋਂ, ਚੇਤਾ ਨਾ ਭੁੱਲੇ। ਇੱਦਾਂ ਬਾਬਾ ਫਰੀਦ ਸਾਹਿਬ ਕਹਿੰਦੇ ਤੂੰ ਲਤੀਫ ਆ ਤੇ ਕੀ ਕਰੀ ਜਾਣਾ? ਕਾਲੇ ਲੇਖ ਲਿਖੀ ਜਾਣਾ। ਤੇ ਇੱਦਾਂ ਨਾ ਕਰ, ਇਹ ਜਿਹੜੇ ਤੂੰ ਲੇਖ ਲਿਖੀ ਜਾਣਾ ਨਾ, ਜਿੱਦਾਂ ਮੈਂ ਅੱਗੇ ਇੱਕ ਦਿਨ ਕਿਹਾ ਸੀ ਵੀ ਸਵੇਰ ਤੋਂ ਰਾਤ ਤੱਕ ਜੋ ਕੀਤਾ ਇੱਕ ਡਾਇਰੀ ਤੇ ਲਿਖੋ। ਉਸ ਡਾਇਰੀ ਨੂੰ ਫਿਰ ਪੜ੍ਹਿਓ ਸੌਣ ਲੱਗਿਆ ਤੇ ਆਪਣੇ ਮੂੰਹ ਤੇ ਆਪੇ ਚਪੇੜਾ ਮਾਰਾਂਗੇ। ਸਾਰੇ ਦਿਨ ਦੀ ਸਟੋਰੀ ਲਿਖਣੀ, ਸਵੇਰੇ ਕਿੰਨੇ ਵਜੇ ਉੱਠੇ, ਕੀ ਖਾਧਾ, ਕਿਹਨੂੰ ਕਿਹਨੂੰ ਮਿਲੇ ਤੇ ਕੀ ਕੀ ਕੀਤਾ। ਤੇ ਫਿਰ ਆ ਜਾਣਾ ਵੀ ਸੰਗਤ ਵਿੱਚ ਗਏ ਤੇ ਇੱਦਾਂ ਭੈੜੀ ਨਜ਼ਰ ਨਾ ਵੇਖਿਆ, ਉਹ ਵੀ ਲਿਖਣਾ ਪੈਣਾ। ਦੋ ਫਿਰ ਚਪੇੜਾਂ ਵੱਜਣੀਆਂ। ਜੇ ਮਤਲਬ ਦੁਕਾਨ ਤੇ ਗਏ ਤੇ 400 ਦੇ ਪੈਸੇ ਤੇ 200 ਦੇ ਉੱਦਾਂ ਹੀ ਲਕਾਲੇ ਨਾਲ। ਕਈ ਕੈਮਰਾ ਲੱਗਾ ਤਾਂ ਉਹ ਤਾਂ ਵੀ ਨਹੀਂ ਹਟਦੇ। ਤੇ ਇਸ ਕਰਕੇ ਸਾਰਾ ਕੁਝ ਲਿਖਣਾ। ਤਾਂ ਬਾਬਾ ਜੀ ਕਹਿੰਦੇ ਜੇ ਤੂੰ ਅਕਲ ਲਤੀਫ, ਤੇਰੇ ਹੱਥ ਸਭ ਕੁਝ ਰੱਬ ਨੇ ਦੇਤਾ, ਹੁਣ ਤੇਰੇ ਹੱਥ ਆ ਵੀ ਤੂੰ ਕੀ ਲਿਖਣਾ ਹੈ। ਤੇ ਤੂੰ ਕੀ ਲਿਖਿਆ? ਕਾਲੇ ਲੇਖ ਲਿਖਦੇ ਸਾਰੇ। ਜਿਉਂ ਸਵੇਰ ਤੋਂ ਸ਼ਾਮਾਂ ਤੱਕ ਲਿਖਿਆ ਸਾਰਾ ਕੁਝ ਪੜ੍ਹ ਕੇ ਵੇਖਿਓ। ਉਹਦੇ ਵਿੱਚ ਕਿਤੇ 15 ਮਿੰਟ ਜੇਕਰ ਆਵੇ ਵੀ ਤੁਸੀਂ ਸੰਗਤ ਵਿੱਚ ਚੌਂਕੜਾ ਮਾਰ ਕੇ ਬੈਠੇ, ਜਾਂ ਕਿਸੇ ਦਾ ਭਲਾ ਕੀਤਾ ਹੋਵੇ ਅੱਜ ਦੇ ਦਿਨ, ਜਾਂ ਕਿਸੇ ਨੂੰ ਹੱਥੋਂ ਦੇ ਕੁਝ ਦਾਨ ਪੁੰਨ ਕਰਾਇਆ ਹੋਵੇ। ਤੋ ਇਸ ਕਰਕੇ ਬਾਬਾ ਜੀ ਕਹਿੰਦੇ ਆਪੰਦੜੇ ਗਰੀਵਾਨ ਮੈਂ, ਆਪਣੇ ਅੰਦਰ ਝਾਤੀ ਮਾਰਿਆ ਕਰ ਰੋਜ਼ ਵੀ ਅੱਜ ਕੀ ਕੀ ਲਿਖਿਆ ਸਵੇਰ ਦਾ। ਉਹ ਸਾਰਿਆਂ ਨੇ ਆਪਾਂ ਰਲ ਕੇ ਪੜ੍ਹਿਆ ਹੈ। ਆਓ ਰਾਏ ਭੋਏ ਦੀ ਤਲਵੰਡੀ ਦੇ ਦਰਸ਼ਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚੂਰਨ ਸ੍ਰੀ ਗੁਰ ਚਰਨ ਰਜ, ਰਾਗ ਦਵੈਖ ਮਨ ਰੋ। ਕਵੀ ਰਾਜ ਜੀ ਕਹਿੰਦੇ ਦੋ ਰੋਗ ਆ, ਇੱਕ ਰਾਗ ਤੇ ਇੱਕ ਦਵੈਖ। ਇਹ ਦੋਵੇਂ ਮਨ ਦੇ ਆ ਤੇ ਮਨ ਨੂੰ ਇਹਨਾਂ ਨੇ ਕਾਬੂ ਕੀਤਾ ਪਿਆ ਹੈ। ਆਪਾਂ ਸਾਰੇ ਇਹਨਾਂ ਦੇ ਸ਼ਿੰਗਾਰ ਆ। ਸਭ ਨੂੰ ਇਹ ਦੋਵੇਂ ਰੋਗ ਲੱਗੇ, ਰਾਗ ਤੇ ਦਵੈਖ। ਖਹਿੜਾ ਨਹੀਂ ਛੱਡਦੇ। ਕਰਹਿ ਤਾਹੀ ਅਨਾਮ ਹਉ, ਕਹੋ ਕਥਾ ਨਿਰਸੋਗ। ਪਰ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਤੇਰੇ ਚਰਨਾਂ ਦੀ ਜਿਹੜੀ ਧੂੜ ਆ ਨਾ, ਇਹਨਾਂ ਦੋ ਬਿਮਾਰੀਆਂ ਦੀ ਦਵਾਈ ਹੈ। ਬਸ ਗੁਰੂ ਨਾਨਕ ਦੀ ਧੂੜ ਕਿੱਥੇ ਅੱਜ ਜੇ ਲੱਭਣੀ ਹੋਵੇ ਤੇ ਸੰਗਤ ਵਿੱਚ ਆ ਜਾ। ਇਹ ਸਾਰੀ ਧੂੜ ਹੀ ਆ। ਜਿਹੜਾ ਪਿਆਰ ਤੁਸੀਂ ਬਾਣੀ ਕਿੰਨੀ ਗਾਈ ਸਾਰਿਆਂ, ਇੱਕ ਜਦੋਂ ਵੀ ਬਾਣੀ ਗਾਉਣੀ ਇੰਨਾ ਕੁ ਜ਼ੋਰ ਲਾਇਆ ਕਰੋ ਵੀ ਤੁਹਾਡਾ ਬੋਲਿਆ ਤੁਹਾਡੇ ਕੰਨਾਂ ਨੂੰ ਜ਼ਰੂਰ ਸੁਣੇ। ਕਈ ਸਿੰਘ ਮੈਂ ਵੇਖੇ ਨਾ ਉਹ ਚੁੱਪ ਜਿਹੇ ਹੁੰਦੇ, ਜੇ ਮੂਲ ਮੰਤਰ ਚੱਲਣ ਦਿਆ ਤੇ ਇੱਕ ਓਂਕਾਰ ਸਤਿਨਾਮ ਕਰਤਾ। ਕਮ ਸੇ ਕਮ ਆਪਣੇ ਕੰਨਾਂ ਜੋਗਾ ਕਰ ਲਿਆ ਕਰੋ। ਮੇਰੇ ਕੰਨਾਂ ਤੱਕ ਭਾਵੇਂ ਨਾ ਆਵੇ, ਤੁਹਾਨੂੰ ਜੋ ਬੋਲਦੇ ਸੁਣਨਾ ਚਾਹੀਦਾ, ਫਿਰ ਗੱਲ ਬਣਨੀ ਆ। ਕਿਸੇ ਵੱਲ ਨਹੀਂ, ਆਪਣੇ ਵੱਲ ਵੀ। ਜੋ ਮੈਂ ਕਹਿ ਰਿਹਾ, ਮੈਨੂੰ ਹੁਣ ਮੈਂ ਗਾ ਰਿਹਾ ਸੀ ਸਿਰ ਨੀਵਾ ਕਰ, ਇਹ ਸਾਰਾ ਕੰਨਾਂ ਦੇ ਰਾਹੀਂ ਅੰਦਰ ਜਾ ਰਿਹਾ। ਇੰਨਾ ਕੁ ਵਾਹਿਗੁਰੂ ਉੱਚੀ ਕਹੋ ਮੂਲ ਮੰਤਰ ਵੀ ਤੁਹਾਡੇ ਕੰਨ ਉਹਨੂੰ ਸੁਣ ਸਕਣ, ਫਿਰ ਆਨੰਦ ਜਿਹਾ ਰਸ ਜਿਹਾ ਬਣ ਜਾਂਦਾ ਹੈ।
ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਇਹ ਦੋਵੇਂ ਬਿਮਾਰੀਆਂ ਦੀ ਦਵਾਈ ਤੁਹਾਡੇ ਚਰਨਾਂ ਦੀ ਧੂੜ ਹੈ। ਤੇ ਉਹ ਧੂੜ ਕਿੱਥੇ ਹੈ? ਕਹੂੰ ਕਥਾ ਨਿਰਸੋਗ। ਉਹ ਜਿੱਥੇ ਗੁਰੂ ਦੀ ਕਥਾ ਵਿਚਾਰ ਹੁੰਦੀ ਹੈ ਉੱਥੇ ਦਵਾਈ ਮਿਲਦੀ ਹੈ। ਇਸ ਕਰਕੇ ਕਵੀਰਾਜ ਜੀ ਕਹਿੰਦੇ ਆਨੰਦ ਦੇਣ ਵਾਲੀ ਦਵਾਈ ਜਿਹੜੀ ਹੈ ਇਹ ਗੁਰੂ ਘਰ ਵਿੱਚ ਗੁਰੂ ਪਿਆਰਿਆਂ ਦੇ ਕੋਲ ਹੈ ਪੁੜੀਆਂ। ਤੇ ਮੈਂ ਰੋਜ਼ ਸਵੇਰੇ ਸ਼ਾਮ ਇਹ ਦਵਾਈ ਨੂੰ ਪ੍ਰਾਪਤ ਕਰਦਾ ਹਾਂ। ਚੌਪਈ ਅਸਨ ਅਚਬ ਕਰ ਮ੍ਰਿਦਲ ਸੁਭਾਉ ਬੈਸੇ ਨਿਕਟ ਵਿਰਾਜਤ ਰਾਉ। ਭਾਈ ਬਾਲੇ ਨੂੰ ਗੁਰੂ ਅੰਗਦ ਸਾਹਿਬ ਕਹਿੰਦੇ ਬਾਲਾ ਅੱਗੇ ਕਥਾ ਸੁਣਾ। ਬੜਾ ਆਨੰਦ ਆਇਆ ਪਹਿਲੀਆਂ ਕਥਾ ਸੁਣ ਕੇ। ਅੱਗੇ ਅੱਗੇ ਹੋਰ ਸੁਣਾਓ, ਚੇਤੇ ਰੱਖਿਓ ਪਹਿਲੀਆਂ ਕਥਾ ਕਿ ਕਿੱਦਾਂ ਰਾਏ ਬੁਲਾਰ ਮਹਾਰਾਜ ਨੂੰ ਘਰੇ ਲਗਾਏ ਤੇ ਕਿੱਦਾਂ ਪਲੰਗੇ ਤੇ ਬਹਾਇਆ ਤੇ ਕਿੱਦਾਂ ਪ੍ਰਸ਼ਾਦਾ ਛਕਾਇਆ ਤੇ ਕਿੱਦਾਂ ਮਹਾਰਾਜ ਨੇ ਆਪਣੇ ਪਰਿਵਾਰ ਬਾਰੇ ਦੱਸਿਆ ਵੀ ਸਾਡੇ ਪਰਿਵਾਰ 'ਚ ਕੌਣ ਕੌਣ ਨੇ। ਚੇਤਾ ਨਾ ਭੁਲਾ ਦਿਓ ਜੀ, ਕਿਹੜੇ ਕਿਹੜੇ ਸੀ ਚੇਤਾ ਕਰ ਲਓ ਮਾੜਾ ਜਿਹਾ। ਪਿਤਾ ਸੀ, ਆਖੋ ਵਾਹਿਗੁਰੂ। ਬਾਬਾ ਜੀ ਇੰਨਾ ਕਿਹੜਾ ਚੇਤਾ ਰੱਖੇ, ਤੁਹਾਡੀ ਡਿਊਟੀ ਹੈ ਨਾ। ਆ ਦੂਜੇ ਤੀਜੇ ਦਿਨ ਤੁਸੀਂ ਭੁੱਲ ਜਾਂਦੇ, ਕਥਾ ਵੇਖ ਲਓ, ਤਾਈਓ ਨਹੀਂ ਅਸਰ ਹੁੰਦਾ। ਉਹ 20 ਸਾਲ ਹੋ ਗਏ ਉੱਥੇ ਘੁੰਮੀ ਜਾਂਦੇ। ਜਿੱਦਾਂ ਪੁਰਾਣੇ ਬਜ਼ੁਰਗ ਕਹਿੰਦੇ ਨਾ ਵੀ ਉਹ ਬਲਦਾਂ ਦੀ ਅੱਖਾਂ ਤੇ ਖੋਪੇ ਲਾ ਦਿੰਦੇ ਸੀ ਤੇ ਉਹਨਾਂ ਨੇ ਸਾਰਾ ਦਿਨ ਖੂਹ ਦੇ ਦਾਲੇ 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 ਤੇ ਉਹਨਾਂ ਦੇ ਅੱਖਾਂ ਢੱਕੀਆਂ ਹੁੰਦੀਆਂ ਸੀ ਤੇ ਟੱਲੀ ਗਲ 'ਚ ਪਾਈ ਹੁੰਦੀ ਸੀ। ਉਹ ਟੱਲ ਟੱਲ ਉਹਦਾ ਮਤਲਬ ਉਹਨੇ ਬੜੇ ਤੁਰ ਲਿਆ। ਉਹ ਜਿਹੜਾ ਪਸ਼ੂ ਸੀ ਉਹਨੂੰ ਐਂ ਲੱਗਦਾ ਬੜਾ ਪੈਂਡਾ ਕਰ ਲਿਆ ਮੈਂ। ਉਹ ਜਦੋਂ ਫਿਰ ਸ਼ਾਮਾਂ ਨੂੰ ਉਹ ਜ਼ਿਮੀਂਦਾਰ ਖੋਪੇ ਲਾਉਂਦਾ ਸੀ ਤੇ ਉਹ ਵੇਂਦੇ ਤੇ ਉੱਥੇ ਹੀ ਖੜੋਤੇ ਆ। ਐਸੀ ਬਾਤ ਨਾ ਹੋਵੇ ਕਿਤੇ। ਇਹ ਗਹਿਣਾ ਪ੍ਰਾਪਤ ਕਰਿਆ ਕਰੋ ਤੇ ਵਸਾਇਆ ਕਰੋ। ਜਿੰਨੀਆਂ ਪੁੱਠੀਆਂ ਸਿੱਧੀਆਂ ਮਨ ਗੱਲਾਂ ਸਾਂਭ ਕੇ ਰੱਖਦਾ ਉਹਨਾਂ ਗੁਰੂ ਦੀ ਕਥਾ ਨੂੰ ਸਾਂਭਿਆ ਕਰੋ। ਇਹ ਕਿਤੇ ਵੀ ਲੋੜ ਪੈ ਸਕਦੀ ਆ। ਹੁਣ ਜੇ ਬੱਚੇ ਨੇ ਸਟੱਡੀ ਕੀਤੀ ਆ ਤੇ ਜਦੋਂ ਇੰਟਰਵਿਊ ਹੁੰਦੀ ਵੈਸੀ ਤੇ ਉੱਥੇ ਜਾ ਕੇ ਚੇਤਾ ਭੁਲਾ ਲੇ ਤੇ ਫਿਰ ਬਸ, ਫਿਰ ਨਹੀਂ ਤਰੱਕੀ ਕਰੂਗਾ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ। ਮਹਾਰਾਜ ਦਾ ਪਰਿਵਾਰ ਸੀ ਪ੍ਰੇਮ, ਪਿਤਾ ਸੀ, ਹਾਂਜੀ, ਤੇ ਮਹਾਰਾਜ ਦੀ ਮਾਤਾ ਸੀ ਬੁੱਧੀ, ਤੇ ਭਰਾ ਬਰਾਗ, ਦਾਈ ਸ਼ਾਂਤੀ, ਦਾਇਆ ਸੰਤੋਖ, ਚਾਚਾ ਸੱਚ, ਖਿਮਾ ਭੈਣ, ਤੇ ਮਹਾਰਾਜ ਦਾ ਸੁਪੁੱਤਰ ਸੀ ਗਿਆਨ। ਇਹ ਚੀਜ਼ਾਂ ਜ਼ਰੂਰੀ ਹਨ। ਸਾਰੀ ਰਸਮਈ ਕਥਾ ਗੁਰੂ ਅੰਗਦ ਸਾਹਿਬ ਜੀ ਨੇ ਸੁਣੀ। ਕਹਿੰਦੇ ਭਾਈ ਬਾਲਾ ਬੜਾ ਆਨੰਦ ਆ ਰਿਹਾ, ਅੱਗੇ ਕਥਾ ਸਰਵਣ ਕਰਾਓ। ਇਹ ਭਾਈ ਬਾਲਾ ਜੀ ਕਹਿੰਦੇ ਜੀ ਫਿਰ ਸੁਣੋ। ਕੋਮਲ ਸੁਭਾਅ ਵਾਲੇ ਗੁਰੂ ਨਾਨਕ ਸਾਹਿਬ ਜੀ ਰਾਏ ਬੁਲਾਰ ਦੇ ਬਿਲਕੁਲ ਕੋਲ ਬੈਠੇ ਹਨ। ਛਾਪਈ ਅਸਨ ਅਜਬ ਕਰ ਮ੍ਰਿਦਲ ਸੁਭਾਉ ਵੈਸੇ ਨਿਕਟ ਵਿਰਾਜਤ ਰਾਉ। ਕਹਿੰਦੇ ਬਹੁਤ ਨੇੜੇ ਹੋ ਕੇ ਸਾਧ ਸੰਗਤ ਤੁਸੀਂ ਬਹੁਤ ਨੇੜੇ ਆ ਮਹਾਰਾਜ ਦੇ। ਆਖੋ ਧੰਨ ਗੁਰੂ ਨਾਨਕ। ਆਪਣੇ ਆਪ ਨੂੰ ਸੁਣਿਆ ਕਿ ਨਹੀਂ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਅੱਜ ਇੱਕ ਨਵਾਂ ਵਿਸ਼ਾ ਮਿਲ ਗਿਆ ਏ। ਕੋਈ ਵੀ ਚੀਜ਼ ਕਹੋ ਆਪਣੇ ਕੰਨਾਂ ਨੂੰ ਸੁਣਨੀ ਚਾਹੀਦੀ। ਜੇ ਸਹਿਜ ਪਾਠ ਵੀ ਕਰਦੇ ਆ ਨਾ ਤੇ ਤੁਹਾਡੇ ਕੰਨਾਂ ਨੂੰ ਸੁਣੇ, ਫਿਰ ਆਨੰਦ ਬਣਨਾ। ਇਹ ਨਾ ਹੋਵੇ ਜੀਭ ਬੋਲੀ ਜਾਵੇ, ਕੰਨ ਸੁਣਨਾ ਤੇ ਅੰਦਰ ਖਾਲੀ ਰਹਿ ਜੇ। ਉਹ ਕਈ ਵਾਰ ਹੁੰਦਾ ਨਾ ਕਿਰਪੈਨ ਚੱਲਦੀ ਹੈ ਤੇ ਉਹ ਛਾਨਣਾ ਜਿਹੜਾ ਉਹ ਕਣਕ ਦੇ ਵਿੱਚ ਸਿੱਟਿਆਂ ਦੇ ਨਾਲ ਦਾਣੇ ਕੇਰੀ ਜਾਂਦਾ। ਤੋ ਐਸੀ ਬਾਤ ਨਾ ਬਣੇ। ਹਰ ਇੱਕ ਚੀਜ਼ ਨੂੰ ਸੰਭਾਲਣਾ ਹੈ, ਰਸ ਫੇਰ ਹੀ ਆਉਂਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਆਪਾਂ ਇਕੱਲੇ ਬੈਠੇ ਹਾਂ। ਵਾਹਿਗੁਰੂ ਵਾਹਿਗੁਰੂ ਉਹ ਧੁਨੀ ਤੁਹਾਨੂੰ ਸੁਣਨੀ ਚਾਹੀਦੀ ਹੈ, ਫਿਰ ਰਸ ਬਣਨਾ। ਜਦੋਂ ਫਿਰ ਅੰਦਰ ਚੱਲ ਪਿਆ ਫਿਰ ਨਹੀਂ ਲੋੜ। ਜਦੋਂ ਬੋਰ ਕਰਦੇ ਪਹਿਲੋਂ ਬਾਹਰੋਂ ਪਾਣੀ ਪਾਉਣਾ ਪੈਂਦਾ, ਫਿਰ ਆਪੇ ਨਿਕਲਦਾ। ਇਹ ਇਸ ਤਰ੍ਹਾਂ ਪਹਿਲੋਂ ਮਿਹਨਤ ਕਰਨੀ ਪੈਣੀ। ਜਦੋਂ ਫਿਰ ਗੱਡੀ ਤੁਰ ਪਈ ਫਿਰ ਸੁੱਤੇ ਪਿਆ ਹੀ ਤੁਰਿਆ ਆਉਣਾ। ਫਿਰ ਖੁੱਲ੍ਹ ਜਾਣੇ ਦਸਵੇਂ, ਸਾਰੇ ਝਰਨੇ ਫੁੱਟ ਪੈਣੇ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੈਸੇ ਨਿਕਟ ਵਿਰਾਜਤ ਰਾਉ। ਜਿੱਦਾਂ ਤੁਸੀਂ ਰੋਜ਼ ਗੁਰੂ ਅਰਜਨ ਸਾਹਿਬ ਦੀ ਗੋਦੀ 'ਚ ਬਹਿੰਦੇ ਆਪਾਂ ਸਾਰੇ, ਬੜੇ ਨੇੜੇ ਹੋ ਕੇ ਤੁਹਾਡਾ ਰਿਸ਼ਤਾ ਹੈ ਗੁਰੂ ਨਾਲ। ਅੱਖਾਂ ਬੰਦ ਕਰਕੇ ਬਹਿ ਜਾ ਕਰੋ ਮਹਾਰਾਜ ਦੇ ਕੋਲ, ਭਾਵੇਂ ਕੋਈ ਸਮਝ ਆਵੇ ਨਾ ਆਵੇ। ਗੋਦੀ ਨਹੀਂ ਜੇ ਲੱਭਣੀ। ਗੋਦੀ ਬੜੀ ਵਧੀਆ ਬਖਸ਼ਿਸ਼ ਵਾਲੀ ਚੀਜ਼ ਹੈ। ਤੋ ਸ਼ੇਖ ਸ਼ਾਦੀ ਦੇ ਬਚਨ ਸੀ ਨਾ, ਉਹ ਬਾਗ ਦੇ ਵਿੱਚ
ਫਰੂਟ ਲੈਣ ਲੱਗਾ ਤੇ ਉਹ ਜਿਹੜਾ ਮਾਲੀ ਸੀ ਉਹਨੇ ਟੋਕਰੀ ਚੋਂ 5-6 ਫਰੂਟ ਜਿਹੜੇ ਸੇਬ ਸੀ ਚੁੱਕ ਕੇ ਬਾਹਰ ਸੁੱਟਤੇ। ਤੇ ਸ਼ੇਖ ਸ਼ਾਦੀ ਸਾਹਿਬ ਕਹਿੰਦੇ ਇਹ ਕੀ ਕੀਤਾ? ਪਿਓ ਕਹਿਣ ਲੱਗਾ ਜੀ ਇਹ ਦਾਗੀ ਨੇ, ਇਹ ਖਰਾਬ ਨੇ, ਦੂਜਿਆਂ ਨੂੰ ਵੀ ਕਰਨਗੇ। ਤੇ ਸ਼ੇਖ ਸ਼ਾਦੀ ਜੀ ਰੋਣ ਲੱਗ ਪਏ। ਉਹ ਕਹਿੰਦੇ ਵੀ ਸ਼ੇਖ ਜੀ ਮੈਂ ਤੁਹਾਨੂੰ ਤਾਂ ਕੁਝ ਨਹੀਂ ਆਖਿਆ, ਮੈਂ ਤਾਂ ਇਹਨਾਂ ਨੂੰ ਸੁੱਟਿਆ ਏ। ਉਹ ਕਹਿੰਦੇ ਮੈਂ ਕਿਹੜਾ ਤੈਨੂੰ ਕੁਝ ਆਖਿਆ, ਮੈਨੂੰ ਵੀ ਆਪਣੇ ਖੁਦਾ ਦੀ ਯਾਦ ਆ ਗਈ। ਕਹਿੰਦੇ ਉਹ ਕਿਉਂ ਆ ਗਈ? ਕਹਿੰਦਾ ਤੇਰੇ ਸੇਬ 'ਚ ਤੇ 2 ਦਾਗ ਸੀ ਤੇ ਤੂੰ ਚੁੱਕ ਕੇ ਮਾਰਿਆ ਟੋਕਰੀ 'ਚੋਂ, ਮੈਂ ਤੇ ਪੈਰਾਂ ਤੋਂ ਲੈ ਕੇ ਸਿਰ ਤੱਕ ਦਾਗਾਂ ਨਾਲ ਭਰਿਆ। ਪਤਾ ਨਹੀਂ ਕਿਹੜਾ ਤਰਸ ਕਰਕੇ ਪ੍ਰਮਾਤਮਾ ਮੈਨੂੰ ਗੋਦੀ 'ਚ ਬਾਈ ਬੈਠਾ। ਇੱਕ ਮੁਸਲਮਾਨ ਦਾ ਦੋਹਰਾ ਸੀ, ਉਹ ਕਹਿਣ ਲੱਗਾ ਹਮਾਰੀ ਬੇਵਫਾਈ ਪਰ वो इतना देता है, अगर हम बावफा होते तो क्या होते। ਜੇ ਸਾਡੀਆਂ ਬੇਵਫਾਈਆਂ ਤੇ ਬੇਗਰਜ਼ੀਆਂ ਤੇ ਰੱਬ ਨੇ ਸਾਨੂੰ ਇੰਨਾ ਦਿੱਤਾ ਤੇ ਕਿਤੇ ਅਸੀਂ ਸੁਧਰੇ ਹੁੰਦੇ ਤੇ ਵੇਖੋ ਕਿੱਥੇ ਪਹੁੰਚਦੇ। ਕਹਿੰਦਾ ਹਮਾਰੀ ਬੇਵਫਾਈ ਪਰ वो इतना खुश होता है, अगर बावफा होते तो क्या होते। ਜੇ ਆਪਣੇ 'ਚ ਸੱਚੀਆਂ ਚੀਜ਼ਾਂ ਨਾ ਹੁੰਦੀਆਂ, ਈਰਖਾ ਸਾੜਾ ਕ੍ਰੋਧ ਕਾਮ, ਤੇ ਆਪਾਂ ਤਾਂ ਕਿਤੇ ਦੀ ਕਿਤੇ ਪਹੁੰਚ ਜਾਣਾ। ਜੇ ਇੰਨੇ ਗੰਦੇ ਮਾੜੇ ਇੰਨੇ ਅੰਦਰੋਂ ਭੈੜੇ ਹੁੰਦਿਆਂ ਵੀ ਉਹਨੇ ਆਪਾਂ ਨੂੰ ਆਪਣੇ ਕੋਲ ਰੱਖਿਆ। ਇਹ ਹਿਸਾਬ ਲਓ ਵੀ ਜੇ ਥੋੜ੍ਹੀ ਜਿਹੀ ਕਿਤੇ ਆਪਾਂ ਕਮਾਈ ਕਰ ਲਈਏ, ਥੋੜ੍ਹਾ ਜਿਹਾ ਆਪਣੇ ਆਪ ਨੂੰ ਚੇਂਜ ਕਰ ਲਈਏ ਤੇ ਕਿੱਥੇ ਪਹੁੰਚੋਗੇ। ਤੋ ਇਸ ਕਰਕੇ ਮਹਾਰਾਜ ਦੇ ਬਹੁਤ ਨੇੜੇ ਬੈਠੇ ਹਨ। ਹਬ ਤ੍ਰਿਪਤਾ ਬਿਰਹਾ ਤੁਰ ਆਈ, ਸੁਤਰਾ ਕਨ ਕੋ ਮਨ ਲਲਚਾਈ। ਕਹਿੰਦੇ ਇਹਨੇ ਚਿਰ ਨੂੰ ਮਾਤਾ ਤ੍ਰਿਪਤਾ ਜੀ ਉੱਥੇ ਆ ਗਏ ਪੁੱਤਰ ਦੀ ਭੁੱਖ ਦੇ ਵਿੱਚ। ਐਸੀ ਅੰਦਰ ਭੁੱਖ ਲੱਗੀ ਹੈ ਜਿਹੜੀ ਭੁੱਖ ਨੂੰ ਕੋਈ ਪੂਰਾ ਨਹੀਂ ਕਰ ਸਕਦਾ। 3 ਚੀਜ਼ਾਂ ਦੁਨੀਆ 'ਚ ਮੁੱਲ ਜੇ ਮਿਲਦੀਆਂ, ਪਾਰਸ, ਪੁੱਤਰ ਤੇ ਪਿਆਰ। ਇਹ ਨਹੀਂ, ਇਹ ਤਾਂ ਰੱਬੀ ਹੁੰਦਾ, ਜੇ ਇੱਕ ਵਾਰੀ ਹੋ ਜੇ ਤੇ ਬਸ ਹੋ ਗਿਆ, ਵਾਰ-ਵਾਰ ਇਹ ਹੁੰਦਾ ਨਹੀਂ ਹੈ। ਤੇ ਪਾਰਸ ਵੀ ਜਿਹਨੂੰ ਮਿਲ ਜਾਂਦਾ ਭਾਗਾਂ ਵਾਲਾ ਹੈ, ਤੇ ਪੁੱਤਰ ਜਿਹਨੂੰ ਮਿਲ ਜੇ ਉਹ ਪਿਆਰ ਬਣ ਜਾਂਦਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਨੇ ਰਾਏ ਬੁਲਾਰ ਦੇ ਕੋਲ, ਤੇ ਮਾਂ ਤ੍ਰਿਪਤਾ ਜੀ ਆਣ ਪਹੁੰਚੇ ਹਨ ਪੁੱਤਰ ਦੇ ਭੁੱਖ ਦੇ ਵਿੱਚ। ਕੁੰਡ ਕਰੇ ਮੁਖ ਬੈਠ ਸਮੀਪਾ, ਬੋਲੀ ਬਚਨ ਸੰਗ ਅਵਨੀਪਾ। ਔਰ ਕਹਿੰਦੇ ਹਨ ਜਦੋਂ ਆਏ ਤੇ ਕੀ ਹੈ ਕਵੀ ਰਾਜ ਜੀ ਕਹਿੰਦੇ ਘੁੰਡ ਕੱਢਿਆ ਹੋਇਆ ਮਾਤਾ ਤ੍ਰਿਪਤਾ ਨੇ। ਬੋਲਦੇ ਨਹੀਂ ਸੰਗ ਆਉਂਦੀ ਹੈ ਨਾ ਆਪਾਂ ਨੂੰ, ਉਦਾਂ ਹੀ ਆਈ ਜਾਂਦੀ। ਘੁੰਡ ਤਾਂ ਉਹਨਾਂ ਕੱਢਿਆ, ਆਮ ਕਹਿੰਦੇ ਘੁੰਡ ਕੱਢਿਆ ਤੈਨੂੰ ਸੰਗ ਆਉਂਦੀ ਹੈ। ਹਾਂ ਹੁਣ ਤੇ ਸੰਗਾ ਸੁੰਗਾ ਸਗੋਂ ਆਉਂਦੀਆਂ ਨਹੀਂ, ਲਈ ਗਈਆਂ ਹੀ ਆਪੋ। ਅੱਗੇ ਕਹਿਣਾ ਘੁੰਡ ਕੱਢਿਆ ਸੰਗ ਆਉਂਦੀ, ਹੁਣ ਮੈਂ ਕਹਿੰਦਾ ਉੱਦਾਂ ਲਾ ਲਿਆ, ਹੁਣ ਤੁਸੀਂ ਬੋਲੇ ਨਹੀਂ ਹੈ। ਤੋ ਉਦੋਂ ਪਰਦਾ ਸੀ ਨਾ, ਤੇ ਪਰਦੇ ਕਰਕੇ ਲੋਕੀ ਬਚੇ ਸੀ ਵਿਕਾਰਾਂ ਤੋਂ, ਕਿਉਂਕਿ ਪ੍ਰੋਪਰ ਹੀ ਸਰੀਰ ਕੱਜਿਆ ਰਹਿੰਦਾ ਸੀ, ਸੋਹਣੇ ਬਸਤਰ ਸੀ, ਮਾੜੇ ਬੰਨੇ ਧਿਆਨ ਨਹੀਂ ਸੀ ਜਾਂਦਾ। ਗੁੱਸਾ ਨਾ ਕਰਿਓ, ਤੁਹਾਡੇ ਬੱਚੇ ਆ। ਹੁਣ ਇੱਦਾਂ ਦੇ ਕੱਪੜੇ ਲੀੜੇ ਤੇ ਪਹਿਰਾਵੇ ਇੱਦਾਂ ਦੇ, ਤੇ ਪਾਠ ਕੀ ਕਰਨਾ ਕਿਸੇ ਨੇ। ਖਾਣਾ ਪੀਣਾ ਵੀ ਉੱਦਾਂ ਦਾ, ਕੱਪੜੇ ਵੀ ਉੱਦਾਂ ਦੇ, ਧਿਆਨ ਕਿੱਦਾਂ ਬਚਾ ਲਓਗੇ? ਨਹੀਂ ਬਚਣਾ, ਮੁਸ਼ਕਲ ਆ। ਜਿੱਦਾਂ ਮਰਜ਼ੀ ਕਹੀ ਜਾਓ ਬਾਬਾ ਜੀ ਆਪਾਂ ਤਾਂ ਸਾਰੇ ਪਾਸਿਓਂ ਸੁਧਰ ਗਏ, ਕਿੱਦਾਂ ਸੁਧਰ ਜਾਏਗਾ? ਅਗਲਿਆਂ ਨੇ ਤੁਹਾਨੂੰ ਇੰਨਾ ਕੁ ਘੜੀਸਿਆ ਵੀ ਤੁਹਾਡੇ ਘਰ ਜਿਹੜੀ ਤੇਲ ਵਾਲੀ ਸ਼ੀਸ਼ੀ ਆ ਨਾ, ਉਹਦੇ ਤੇ ਵੀ ਇੱਦਾਂ ਦੀ ਬੀਬੀ ਦੀ ਫੋਟੋ ਲਾਈ ਆ, ਲਾਗੇ ਪਾਠ ਕਰਦੇ ਹੋ, ਨੰਗੇ ਸਿਰ ਬੈਠੀ। ਕਹਿੰਦੇ ਹੁੰਦੇ ਨਾ, ਕਹਿੰਦੇ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ ਅਗਲਿਆਂ ਨੇ ਹਰ ਚੀਜ਼ ਦੇ ਉੱਤੇ। ਉਹਨਾਂ ਨੂੰ ਪਤਾ ਵੀ ਇਸ ਕੌਮ ਦੀ ਇੱਕੋ ਕਮਜ਼ੋਰੀ, ਇਹ ਕੌਮ ਇੱਜ਼ਤ ਵਾਲੀ ਆ, ਤੇ ਇਹਨਾਂ ਨੂੰ ਇੰਨੇ ਕੁ ਪਤਤ ਕਰ ਦਿਓ, ਇੰਨੇ ਕੁ ਕਰ ਦਿਓ, ਇਹ ਖਤਮ ਹੀ ਹੋ ਜਾਣਾ। ਹੁਣ ਉਹ ਸਾਰਾ ਸਿਸਟਮ ਆਪਣੇ ਲਾਗੂ ਹੋ ਚੁੱਕਾ। ਤੋ ਇਸ ਕਰਕੇ ਕਹਿੰਦੇ ਕਿ ਮਾਤਾ ਤ੍ਰਿਪਤਾ ਜੀ ਨੇ ਘੁੰਡ ਕੱਢਿਆ ਹੈ, ਤੇ ਮਾਤਾ ਦਾ ਚਿਹਰਾ ਨਹੀਂ ਦਿਸਦਾ, ਤੇ ਮਾਤਾ ਹੌਲੀ ਜੀ ਬੋਲੀ ਬਚਨ ਸੰਗ ਅਵਨੀਪਾ। ਰਾਏ ਬੁਲਾਰ ਜੀ ਦੇ ਕੋਲ ਆ ਕੇ ਮਾਂ ਤ੍ਰਿਪਤਾ ਜੀ ਬੈਠ ਗਏ ਹਨ। ਬੰਦ ਹੱਥ ਦਵੈ ਦੀਨ ਪਵੰਤੀ, ਸੁਨੋ ਰਾਏ ਜੀ ਮੋਰ ਬਿਨੰਤੀ। ਕਹਿੰਦੇ ਇੱਦਾਂ ਦੋਵੇਂ ਹੱਥ ਜੋੜੇ ਆ, ਹੱਥ ਜੋੜੋ ਜੀ। ਧੰਨ ਮਾਤਾ ਤ੍ਰਿਪਤਾ ਜੀ, ਧੰਨ ਮਾਤਾ ਤ੍ਰਿਪਤਾ ਜੀ, ਧੰਨ ਮਾਤਾ ਤ੍ਰਿਪਤਾ ਜੀ। ਧੰਨ ਤਾਂ ਕਿਹਾ ਗੁਰੂ ਨਾਨਕ ਨੂੰ ਜਣਿਆ ਏ, ਰੱਬ ਆਇਆ ਉਹਦੀ ਗੋਦੀ 'ਚ। ਧੰਨ ਆ ਨਾ,
ਉਸ ਮਾਂ ਨੇ ਹੱਥ ਜੋੜੇ ਤੇ ਰਾਏ ਬੁਲਾਰ ਜੀ ਦੇ ਅੱਗੇ ਬੇਨਤੀ ਕੀਤੀ। ਕਰੋ ਆਪ ਏ ਵਾਡੇ ਉਪਕਾਰਾ, ਮਮ ਸੁਤ ਕੋਇ ਕਿਵ ਰਖੋ ਅਗਾਰਾ। ਤੇ ਰਾਏ ਜੀ ਕਹਿੰਦੇ ਮਾਂ ਤੁਸੀਂ ਹੱਥ ਕਾਤੋਂ ਜੋੜਦੇ ਹੋ? ਤੁਹਾਡੇ ਅੱਗੇ ਤੇ ਸਾਰੀ ਤਰਲੋਕੀ ਹੱਥ ਜੋੜ ਕੇ ਖੜੋਤੀ ਹੈ, ਗੁਰੂ ਨਾਨਕ ਤੇਰੀ ਗੋਦੀ ਦਾ ਸ਼ਿੰਗਾਰ ਹੈ, ਤੇ ਤੁਸੀਂ ਸਾਡੇ ਅੱਗੇ ਕਿਉਂ ਹੱਥ ਜੋੜੇ ਹੋ? ਕਹਿੰਦੇ ਰਾਏ ਜੀ ਮੇਰੀ ਇੱਕੋ ਬੇਨਤੀ ਆ, ਮੇਰੇ ਪੁੱਤ ਨੂੰ ਹੁਣ ਜਾਣ ਨਾ ਦਿਓ। ਵੇਖੋ ਮਾਂ ਕੀ ਹੁੰਦੀ ਹੈ ਨਾ। ਕਹਿੰਦੇ ਮੈਂ ਹੋਰ ਕੁਛ ਨਹੀਂ ਮੰਗਦੀ ਬਾਪੂ, ਤੈਨੂੰ ਬਹੁਤ ਪਿਆਰ ਕਰਦਾ ਮੇਰਾ ਨਾਨਕ, ਤੇ ਤੇਰਾ ਆਖਿਆ ਨਹੀਂ ਮੋੜਦਾ। ਅਸ ਪ੍ਰਕਾਰ ਕਹਿ ਕਰ ਗੁਰ ਮਾਤਾ, ਰੋਦਤ ਲੋਚਨ ਤੇ ਜਲ ਜਾਤਾ। ਕਹਿੰਦੇ ਬਸ ਇੰਨੀ ਬੇਨਤੀ ਨਿਕਲੀ ਕਿ ਰਾਏ ਜੀ ਮੇਰੇ ਪੁੱਤਰ ਨੂੰ ਜਾਣ ਨਾ ਦਿਓ, ਤੇ ਨਾਲ ਹੀ ਉਹਨਾਂ ਦਾ ਰੋਣ ਨਿਕਲ ਗਿਆ। ਹਿਰਦਾ ਵੈ ਤੁਰੇ ਸੱਚੇ ਪਿਆਰ ਦੀ ਨਿਸ਼ਾਨੀ ਆ। ਤੁਸੀਂ ਜ਼ਿੰਦਗੀ 'ਚ ਸੱਚਾ ਪਿਆਰ ਕੀਤਾ ਕਦੇ? ਜ਼ਰੂਰੀ ਨਹੀਂ, ਗਲਤੀ ਹੈ ਮਾਂ ਨੂੰ, ਪਿਓ ਨੂੰ, ਭੈਣ ਨੂੰ ਜਾਂ ਗੁਰੂ ਸਾਹਿਬ ਨੂੰ। ਸੱਚੇ ਪਿਆਰ ਦੇ ਵਿੱਚ ਨਾ ਬੰਦੇ ਦੇ ਅੱਖਾਂ ਦੇ ਵਿੱਚੋਂ ਹੰਝੂ ਨਿਕਲ ਆਉਂਦੇ। ਤੇ ਕੀ ਕਹਿੰਦਾ, ਇਹੋ ਵਿਛੋੜਾ ਸਹਿਆ ਨਾ, ਇਹੋ ਵਿਛੋੜਾ ਸਹਿਆ ਨ ਜਾਈ। ਸਤਿਗੁਰ ਮਿਲੈ ਤਾਂ ਮਿਲੈ ਸੁਭਾਈ, ਸਤਿਗੁਰ ਮਿਲੈ ਤਾਂ ਮਿਲੈ ਸੁਭਾਈ। ਸਤਿਗੁਰ ਮਿਲੈ ਤਾਂ ਮਿਲੈ ਸੁਭਾਈ, ਸਤਿਗੁਰ ਮਿਲੈ ਤਾਂ ਮਿਲੈ ਸੁਭਾਈ। ਇਹੋ ਵਿਛੋੜਾ ਸਹਿਆ ਨਾ ਜਾ, ਇਹੋ ਵਿਛੋੜਾ ਸਹਿਆ ਨਾ ਜਾਏ। ਇਹੋ ਵਿਛੋੜਾ ਸਹਿਆ ਨ ਜਾਈ, ਇਹੋ ਵਿਛੋੜਾ ਸਹਿਆ ਨ ਜਾਈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਿਆਰ ਕਰੋ, ਸੱਚਾ ਪਿਆਰ ਕਰੋ ਸ਼ਬਦ ਨੂੰ, ਗੁਰੂ ਨਾਨਕ ਸਾਹਿਬ ਨੂੰ। ਨੇਤਰ ਭਰੇ ਹੀ ਰਹਿਣਗੇ, ਭਰੇ ਹੀ ਰਹਿਣਗੇ ਨੇਤਰ, ਅੰਦਰ ਮੋਹ ਹੋ ਜਾਵੇਗਾ। ਸੁਨਤ ਰਾਏ ਕੋ ਘਰ ਭਰ ਆਵਾ, ਧਰ ਧੀਰਜ ਪੁਨ ਬਚਨ ਅਲਾਵਾ। ਔਰ ਇਹਨੂੰ ਗਾ ਕੇ ਨਹੀਂ ਕੱਢਣਾ, ਇਹ ਵਿਰਾਗ ਦੀ ਕਥਾ, ਇਹਨੂੰ ਵਿਰਾਗ ਚ ਲਿਆਉਣਾ ਹੈ। ਗ੍ਰਾਮ ਵਿੱਚ ਸੁਣਤ ਰਾਏ ਕੋ ਗੁਰ ਭਰਿਆ ਵਾ, ਧਰ ਧੀਰਜ ਪੁਨ ਬਚਨ ਅਲਾਵਾ। ਗ੍ਰਾਮ ਵਿੱਚ ਆਓ, ਜਿੱਦਾਂ ਇੱਕ ਹਿਰਦੇ ਚੋਂ ਲੈ ਨਿਕਲਦੀ ਨਾ ਹਾਏ ਦੀ, ਉਸ ਅਵਸਥਾ ਦੇ ਵਿੱਚ ਹੈ ਕਥਾ ਲੜੀਵਾਰ। ਤੋ ਕਹਿੰਦੇ ਜਦੋਂ ਰਾਏ ਬੁਲਾਰ ਨੇ ਨਾ ਮਾਂ ਤ੍ਰਿਵਤਾ ਨੂੰ ਰੋਂਦੇ ਵੇਖਿਆ ਤੇ ਉਹਨਾਂ ਦਾ ਵੀ ਰੋਣ ਨਿਕਲ ਗਿਆ। ਉਹ ਉਧਰ ਵੀ ਰੰਗੇ ਇੱਧਰ ਵੀ ਰੰਗੇ। ਤੇ ਬਾਬਾ ਫਰੀਦ ਕਹਿੰਦਾ ਜਿਹੜੀਆਂ ਰੂਹਾਂ ਪਿਆਰ ਕਰਦੀਆਂ ਉਹਨਾਂ ਦਾ ਅੰਦਰ ਮੋਮ ਵਰਗਾ। ਸੱਚ ਇੱਥੇ ਸਿਆਣੇ ਬਿਆਣੇ ਗਿਆਨੀ ਬੈਠੇ ਚਿੱਟੇ ਦਾੜੇ, ਕਈ ਵਾਰੀ ਇੰਨਾ ਵਿਰਾਗ ਛਿੜਦਾ ਆਪਣੇ ਆਪ ਨੂੰ ਰੋਕਣਾ ਔਖਾ ਹੋ ਜਾਂਦਾ। ਇਹ ਨਿਸ਼ਾਨੀ ਪਿਆਰ ਦੀ ਇਹ ਆ। ਜਿਹੜੇ ਬੰਦੇ ਦੀਆਂ ਕਦੇ ਅੱਖਾਂ ਨਹੀਂ ਭਰੀਆਂ ਉਹਨੂੰ ਬਾਬਾ ਫਰੀਦ ਸਾਹਿਬ ਕਹਿੰਦੇ ਮੜੀਆਂ ਦਾ ਮੁਰਦਾ। ਬਾਬਾ ਫਰੀਦ ਸਾਹਿਬ ਦਾ ਸਲੋਕ ਆ, ਫਰੀਦਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹੋ ਨਾ ਉਪਜੈ। ਕਹਿੰਦੇ ਜਿਹਦੀਆਂ ਤਨ ਦੇ ਵਿੱਚੋਂ ਕਦੇ ਵਿਰਾਗ ਹੀ ਨਹੀਂ ਉੱਠਿਆ, ਸੋ ਤਨ ਜਾਣ ਮਸਾਨ, ਉਹ ਤੇ ਮੜੀਆਂ ਦਾ ਮੁਰਦਾ ਹੈ। ਪਿਆਰ ਦੀ ਨਿਸ਼ਾਨੀ ਇਹ ਹੈ। ਮਾਰੇ ਕਹਿੰਦੇ ਮਨ ਜਾਗੈ ਕਿ ਇਹ ਹੈ ਨਿਸ਼ਾਨੀ। ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਸੰਗਤਾਂ ਤੇ ਬੜੀਆਂ ਆਉਂਦੀਆਂ ਕਥਾ ਸੁਣ, ਬਹੁਤ ਸੰਗਤਾਂ ਜੁੜਦੀਆਂ ਵਿਚਾਰੀਆਂ, ਤੇ ਇਹਨਾਂ ਦਾ ਪਤਾ ਕਿੱਦਾਂ ਲੱਗੂ ਵੀ ਜਾਗ ਗਏ ਕਿਹੜੇ ਤੇ ਸੁੱਤੇ ਕਿਹੜੇ ਆ? ਤੇ ਮਹਾਰਾਜ ਨੇ ਫਿਰ ਪੰਕਤੀ ਪੜ੍ਹੀ, ਕਹਿੰਦੇ ਮਨ ਜਾਗੈ ਕਿ ਇਹ ਹੈ ਨਿਸ਼ਾਨੀ। ਇੱਕ ਕਹਿੰਦੇ ਕਾਪੀ ਤੇ ਨੋਟ ਕਰੋ ਨਿਸ਼ਾਨੀ, ਜਿਨ੍ਹਾਂ ਦੇ ਮਨ ਜਾਗ ਗਿਆ, ਜੋ ਪ੍ਰੇ ਮਾਨੇ ਪ੍ਰਭ ਗੁਰਬਾਨੀ। ਕਹਿੰਦੇ ਨਿਸ਼ਾਨੀ ਹੈ ਵੀ ਜਿਹੜੇ ਰੱਬ ਨਾਲ ਪਿਆਰ ਕਰਦੇ, ਜਿਹੜੇ ਜਾਗ ਗਿਆ, ਉਹਨਾਂ ਨੂੰ ਕਿਤੇ ਸ਼ਬਦ ਮਿਲ ਜੇ ਨਾ ਉਹ ਸੁੱਕੇ ਨਹੀਂ ਜਾਣਗੇ।
ਕੀਰਤਨ ਹੋਵੇ, ਕਥਾ ਹੋਵੇ, ਪਾਠ ਚੱਲਦਾ ਹੋਵੇ, ਉਹ ਜ਼ਰੂਰ ਬਹਿਣਗੇ, ਕਿਉਂਕਿ ਉਹਨਾਂ ਨੂੰ ਭੁੱਖ ਲੱਗ ਗਈ। ਉਹਨਾਂ ਕਹਿਣਾ ਬਹਿ ਜਾਓ, ਕਿੱਥੇ ਜਾਣਾ, ਥੋੜ੍ਹੀ ਦੁਨੀਆ ਘੁੰਮ ਲਈ, ਹੁਣ ਗੁਰੂ ਦੇ ਕੋਲ ਬਹਿ ਜਾਈਏ। ਉਹਨਾਂ ਨੂੰ ਕਥਾ ਕੀਰਤਨ ਤੇ ਬਾਣੀ ਮਿੱਠੀ ਲੱਗਣ ਲੱਗ ਪੈਂਦੀ, ਜੀ ਕਰਦਾ ਸੁਣੀ ਜਾਈਏ। ਹੁਣ ਇੱਥੇ ਕਈ ਰੂਹਾਂ ਇੱਦਾਂ ਦੀਆਂ, ਕਥਾ ਵੀ ਸਾਰੀ ਸੁਣੀ, ਪਹਿਲਾਂ ਸੁਖਮਨੀ ਸਾਹਿਬ ਪੜ੍ਹਿਆ ਆ ਕੇ, ਸ਼ਬਦ ਪੜ੍ਹੇ ਬੀਬੀਆਂ ਨਾਲ, ਹੁਣ ਕਥਾ ਤੋਂ ਬਾਅਦ ਸਾਰਾ ਕੀਰਤਨ ਤੇ ਸਾਰੀ ਰਹਿ ਰਸ। ਧੰਨ ਮਹਾਰਾਜ, ਮੇਰੇ ਤੋਂ ਨਿਕਲ ਚੱਲਿਆ ਸੀ ਨਾਮ, ਕਿਸੇ ਦੀ ਗਰੀਬੀ ਨਹੀਂ ਗਵਾਣੀ, ਉਹ ਮਹਾਰਾਜ ਰਾਗਿਆ। ਤੇ ਉਹ ਸਾਹਮਣੇ ਬੈਠੀਆਂ ਹੁੰਦੀਆਂ ਰੂਹਾਂ ਨਾ, ਤੇ ਉਹਨਾਂ ਦਾ ਇੰਨਾ ਪਿਆਰ ਆ ਮਹਾਰਾਜ ਨਾਲ ਵੀ, ਪਹਿਲਾਂ ਵੀ ਕਥਾ ਵੀ, ਰਹਿ ਰਸ ਵੀ, ਸੁੱਖ ਆਸਨ ਵੀ। ਇਹ ਕੀ ਹੈ? ਪਿਆਰ। ਤੇ ਇਹ ਵੀ ਸ਼ਬਦ ਕਹਿੰਦੇ ਬਾਬਾ ਜੇ ਜਿੰਦਰਾ ਲਾਉਣ ਲੱਗਦੀ ਉਦੋਂ ਹੋਰ ਤਰ੍ਹਾਂ ਹੁੰਦਾ ਹੈ। ਮੇਰੇ ਭੈਣ ਜੀ ਹੁਣੀ ਬੈਠੇ ਪਿੱਛੇ, ਉਹਨਾਂ ਬਚਨ ਕੀਤਾ, ਕਹਿੰਦੇ ਸੰਗਤ ਬੈਠੀ ਹੁੰਦੀ ਆ ਤੇ ਜਦੋਂ ਟਾਈਮ ਹੋ ਜਾਂਦਾ ਨਾ ਸੂਈ ਦਾ, ਤੇ ਹੌਲ ਜਿਹਾ ਪੈਂਦਾ ਵੀ ਹਾਏ ਕਿੰਨੀਆਂ ਰੂਹਾਂ ਇਹਨਾਂ ਸਾਰੀਆਂ ਨੇ ਹੁਣ ਸਕੂਟਰੀਆਂ ਭਜਾ ਕੇ, ਮੋਟਰਸਾਈਕਲ। ਅਸਲ 'ਚ ਦਿਲੋਂ ਪਿਆਰ ਕਰਿਆ ਕਰੋ। ਜ਼ਰੂਰੀ ਨਹੀਂ ਹੁੰਦਾ ਸਾਧ ਸੰਗਤ ਜੀ ਹਰ ਬੰਦੇ ਦੇ ਅੰਦਰ ਗਲਤ ਵਿਚਾਰ ਹੋ। ਆ ਤੁਸੀਂ ਸਾਰੀਆਂ ਰੱਬ ਦੀਆਂ ਰੂਹਾਂ, ਸਭਨਾ ਜੀਆਂ ਕਾ ਇੱਕ ਦਾਤਾ। ਜੇ ਆਪਾਂ ਨਹੀਂ ਇੱਕ ਦੂਜੇ ਨੂੰ ਮਿਲਣਾ, ਦੁੱਖ ਸੁੱਖ ਕਰਨਾ, ਤੇ ਫਿਰ ਕੌਣ ਕਰੂਗਾ? ਗੁਰੂ ਦੁਆਰੇ ਹੋਏ ਸੋ ਜੀ ਰਾਏ ਸੀ। ਪੁੱਛਿਆ ਕਰੋ ਇੱਕ ਦੂਜੇ ਨੂੰ, ਲਾਗੇ ਆਪਣੇ ਨੂੰ ਵੀ ਤੁਹਾਨੂੰ ਕੋਈ ਤਕਲੀਫ ਆ, ਜੇ ਉਹਦੀ ਤਕਲੀਫ ਦਾ ਤੁਹਾਡੀ ਕੋਸ਼ਿਸ਼ ਨਾਲ ਹੱਲ ਹੋ ਜੇ ਤੇ ਕਰ ਦਿਆ ਕਰੋ, ਕਰਿਆ ਕਰੋ ਜ਼ਰੂਰ। ਕਿਉਂਕਿ ਪੁੱਛਿਆ ਪਤਾ ਲੱਗਦਾ। ਮੰਨ ਲਓ ਕੋਈ ਆਪਣੇ ਲਾਗੇ ਬੈਠਾ ਵਾ, ਉਹਨੂੰ ਪੁੱਛ ਲੈ ਵੀ ਹੋਰ ਠੀਕ ਠਾਕ ਆ। ਜੇ ਤੁਹਾਨੂੰ ਲੱਗਦਾ ਵੀ ਉਹਦਾ ਆਟਾ ਮੁੱਕਾ, ਉਹਦਾ ਖੰਡ ਪਾਣੀ ਹੈ ਨਹੀਂ, ਮੌਕਾ ਨਾ ਵੇਖਿਓ। ਇਹ ਇੱਦਾਂ ਹੀ ਆ। ਮਹਾਰਾਜ ਕਹਿੰਦੇ ਗੁਰੂਦੁਆਰੇ ਹੋਏ ਸੋਝੀ ਪਾਏ। ਆਪਾਂ ਪਿਆਰ ਕਰਨ ਆਏ ਆ, ਜਿਹਨੂੰ ਪ੍ਰੇਮ ਕੀਓ। ਤੇ ਉਹ ਬਚਨ ਕਰ ਰਹੇ ਭੈਣ ਜੀ, ਕਹਿੰਦੇ ਵੀ ਜਦੋਂ ਹੁਣ ਸਮਾਪਤੀ ਹੁੰਦੀ ਆ ਤੇ ਸਾਰੇ ਜਣੇ ਜਾਂਦੇ ਤੇ ਹੌਲ ਜਿਹਾ ਪੈਂਦਾ ਵੀ ਹਾਏ ਚੱਲ ਚੱਲੇ। ਤੇ ਇਹ ਤਾਂ ਇੱਕ ਸੱਚਾਈ ਆ। ਮਹਾਰਾਜ ਸਾਨੂੰ ਕਹਿੰਦੇ ਵੀ ਇਹ ਮੇਲਾ, ਇਹ ਮੇਲੇ ਨੂੰ ਇੱਕ ਦਿਨ ਆਪਾਂ ਛੱਡ ਕੇ ਸਭ ਨੇ ਚੱਲ ਜਾਣਾ ਹੈ। ਇਹ ਜੱਗ ਸਰਾਏ ਮੁਸਾਫਰਾਂ ਦੀ, ਇੱਥੇ ਜੋਰ ਵਾਲੇ ਕਈ ਆਏ ਗਏ। ਇੱਕ ਯਾਦ ਗੱਲ ਆ ਗਈ, ਕਹਿੰਦੇ ਇੱਕ ਟ੍ਰੇਨ ਆਈ ਸ਼ੱਕ ਕਰਦੀ, ਸਟੇਸ਼ਨ ਤੇ ਰੁਕੀ। ਗੱਲ ਧਿਆਨ ਨਾਲ ਸੁਣ ਲਿਓ, ਦੁਨੀਆ ਦਾ ਨਕਸ਼ਾ। ਟ੍ਰੇਨ ਸ਼ਾਮਾਂ ਦਾ ਵਕਤ ਸੀ, ਰੁਕੀ। ਉਹਦੇ ਵਿੱਚੋਂ ਕੁਝ ਮੁਸਾਫਰ ਉਤਰੇ। 4 ਕਦਮ ਮੁਸਾਫਰ ਆਏ ਤੇ ਇੱਕ ਵੱਡੀ ਸਾਰੀ ਸਰਾਂ ਦੇ ਵਿੱਚ ਉਹਨਾਂ ਨੇ ਰਹਿਣਾ ਕੀਤਾ। ਸਾਰੀ ਰਾਤ ਉਹਨਾਂ ਉੱਥੇ ਕੱਟੀ, ਜਲ ਪਾਣੀ ਛਕਿਆ, ਆਰਾਮ ਕੀਤਾ, ਇਸ਼ਨਾਨ ਕੀਤਾ। ਸਵੇਰ ਚੜ੍ਹੀ ਤੇ ਉਹ ਮੁਸਾਫਰ ਉੱਥੋਂ ਤੁਰਨ ਲੱਗੇ। ਉਹਨਾਂ 'ਚੋਂ ਕੁਝ ਮੁਸਾਫਰ ਐਸੇ ਸਨ ਜਿਨ੍ਹਾਂ ਨੇ ਕਮਰੇ 'ਚ ਆਉਂਦਿਆਂ ਸਾਰ ਸਫਾਈ ਕੀਤੀ। ਕਮਰੇ ਦੇ ਵਿੱਚ ਸੀਨਰੀਆਂ ਲਾਤੀਆਂ, ਕੋਲੋਂ ਜਿਹੜੀਆਂ ਲਿਆਏ ਸੀ 2-3 ਲਾਤੀਆਂ, ਅਗਰਬੱਤੀ ਲਾਤੀ, ਪਾਠ ਕੀਤਾ, ਰੂਝ ਨਾ। ਤੇ ਕੁਝ ਐਸੇ ਸੀ ਜਿਨ੍ਹਾਂ ਨੇ ਸਫਾਈ ਦਾ ਵੀ ਸਤਿਆਨਾਸ਼ ਕਰਤਾ, ਗੰਦ ਪਾਤਾ। ਹੁਣ ਜਦੋਂ ਸਾਰੇ ਮੁਸਾਫਰ ਨਿਕਲ ਤੁਰੇ, ਇਹ ਜੱਗ ਸਰਾਏ ਮੁਸਾਫਰ, ਜਦੋਂ ਆਪਾਂ ਨਿਕਲ ਜਾਣਾ ਇੱਥੋਂ ਅਗਲੇ ਸੰਸਾਰ ਨੂੰ, ਉਹ ਜਿਹੜਾ ਸਰਾਂ ਦਾ ਮਾਲਕ ਸੀ, ਜਦੋਂ ਆ ਕੇ ਉਹਨੇ ਕਮਰੇ ਚੈੱਕ ਕੀਤੇ, ਪਹਿਲੇ ਕਮਰੇ 'ਚ ਗਿਆ ਜਿੱਥੇ ਉਹ ਰੂਹਾਂ ਨੇ ਰਾਤ ਕੱਟੀ, ਜਿਹੜੇ ਨਿਤਨੇਮੀ ਤੇ ਭਾਗਾਂ ਵਾਲੇ ਸਨ। ਦੂਜੇ ਕਮਰੇ 'ਚ ਉਹ ਵੇਖਿਆ ਜਿੱਥੇ ਗੰਦ ਖਿਲਾਰਿਆ, ਬੋਤਲਾਂ ਪਈਆਂ, ਛਿੱਲਾਂ ਪਈਆਂ, ਬਾਥਰੂਮ ਕੀਤੇ, ਮੁਸ਼ਕ ਆਵੇ। ਤੇ ਉਹਦੇ ਅੰਦਰ ਦੀ ਇੱਕ ਫੀਲਿੰਗ ਸੀ, ਕਹਿੰਦਾ ਜਿਹੜੇ ਪਹਿਲੇ ਕਮਰੇ ਵਾਲੇ ਨਾ, ਮੈਂ ਅਰਦਾਸ ਕਰਦਾ ਏ ਐਸੀਆਂ ਰੂਹਾਂ ਮੇਰੀ ਸਰਾਂ 'ਚ ਮੁੜ ਮੁੜ ਕੇ ਆਉਣ। ਇਹ ਸਮਝ ਗਏ ਦੇ ਅਰਥ ਵੀ ਜਿਹੜੀਆਂ ਰੂਹਾਂ ਗੁਰਮੁਖ ਹੁੰਦੀਆਂ ਉਹਨਾਂ ਨੂੰ ਮਹਾਰਾਜ ਫੇਰ ਧਰਤੀ ਤੇ ਭੇਜ ਦਿੰਦੇ ਵੀ ਚਲੋ ਨਾਮ ਜਪਾਓ, ਚੰਗੇ ਕੰਮ ਕਰੋ। ਜਿਨ੍ਹਾਂ ਨੇ ਆਪਣੇ ਵਾਂਗੂ 60-70 ਸਾਲ ਗੰਦ ਹੀ ਪਾਇਆ ਦੁਨੀਆ ਤੇ, ਉਹਨਾਂ ਨੂੰ ਫਿਰ ਦੋਜਕ ਪਾਏ ਸਿਰਜਣਹਾਰੇ। ਵਤੇ ਆਪਣ ਭਾਣੀਆਂ ਖੁਸ ਲੈਂਦਾ, ਵਸਤ ਪਰਾਈ ਵੇਖੈ ਸੁਣੈ ਤੇਰੇ ਨਾਲ ਖੁਦਾਈ। ਚੰਗੀ ਰੂਹ ਨੂੰ ਹਰ ਕੋਈ ਕਹਿੰਦਾ ਫੇਰ ਆਇਓ, ਤੇ ਜਿਹੜਾ ਨੁਕਸਾਨ ਕਰਿਆ ਆਖੀਦਾ ਗਲੋਂ ਲੈ, ਗਾਹ ਨਹੀਂ ਸਕਦਾ। ਰੱਬ ਨੇ ਵੀ ਸਰਾਂ ਬਣਾਈ, ਇਹ ਸ੍ਰਿਸ਼ਟੀ ਸਵਾਰੋਗੇ, ਸੇਵਾ ਕਰੋਗੇ, ਬੂਟੇ ਲਾਓਗੇ, ਨਾਮ ਜਪੋਗੇ, ਤੇ ਹੋ ਸਕਦਾ ਫੇਰ ਭੇਜ ਦੇ ਹੈ। ਤੇ ਜੇ ਕਿਤੇ ਉਦਾਂ ਹੀ ਲੰਘੀ ਤੇ ਫਿਰ ਵਾਰੀ ਨਹੀਂ ਆਉਣੀ। ਭਈ ਪ੍ਰਾਪਤ ਮਨੁੱਖ ਦਿਉਰੀਆ, ਇਹ ਜੋ ਦੁਨੀਆ, ਇਹ ਜੋ ਦੁਨੀਆ, ਇਹ ਜੋ ਦੁਨੀਆ, ਇਹ ਜੋ
ਸਹਿਰ ਮੇਲਾ। ਇਹ ਜੋ ਦੁਨੀਆ, ਇਹ ਜੋ ਦੁਨੀਆ, ਇਹ ਜੋ ਦੁਨੀਆ, ਇਹ ਜੋ ਦੁਨੀਆ। ਸਿਹਰ ਮੇਲਾ, ਸਿਹਰ ਮੇਲਾ, ਸਹਿਰ ਮੇਲਾ, ਸਹਿਰ ਮੇਲਾ। ਦਸਤਗੀਰੀ ਨਾਹੇ, ਦਸਤਗੀਰੀ ਨਾਹੇ, ਦਸਤਗੀਰੀ ਨਾਹੀ, ਦਸਤਗੀਰੀ ਨਾਹੀ। ਮੇਲਾ ਹੈ, ਇਹਨੂੰ ਛੱਡਣਾ ਹੈ ਨਾ। ਤਿਆਰ ਕੀਤਾ ਤੁਸਾਂ ਨੇ, ਮਾਤਾ ਜੀ ਦੇ ਵਿਰਾਗ ਛਿੜਿਆ ਤੇ ਰਾਏ ਬੁਲਾਰ ਜੀ ਵੀ ਨਾਲ ਹੀ ਲੱਗ ਪਏ। ਕਮਾਲ ਦੀ ਗੱਲ ਹੈ, ਇੱਕ ਮੋਮਬੱਤੀ ਜਗੀ ਉਹਨੇ ਦੂਜੀ ਵੀ ਜਗਾਤੀ। ਜਗਿਆਂ ਦੀ ਨਿਸ਼ਾਨੀ ਇਹ ਹੈ ਜੇ ਆਪ ਰੰਗੇ ਤੇ ਦੂਜਿਆਂ ਨੂੰ ਵੀ ਰੰਗ ਚੜਾ ਦਿੱਤਾ। ਕਮਲ ਬਦਨ ਗੁਣ ਸਦਨ ਪੁਨੀਤਾ, ਜਾਣਤ ਆਪ ਸਰਬ ਸ਼ੁਭ ਤ੍ਰੀਤਾ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਏ ਜੀ ਕੀ ਹੋਇਆ, ਹੁਣੇ ਤੇ 4 ਘੜੀਆਂ ਪਹਿਲਾਂ ਬੜੇ ਖੁਸ਼ ਸੀ, ਪ੍ਰਸ਼ਾਦਾ ਪਾਣੀ ਛਕਾਇਆ, ਪ੍ਰੇਮ ਕੀਤਾ, ਹੁਣ ਕੀ ਹੋਇਆ ਜੀ? ਰਾਏ ਬੁਲਾਰ ਕਹਿੰਦੇ ਬਾਪੂ ਦੱਸਗੇ ਉਹਨੂੰ ਜਿਹਨੂੰ ਪਤਾ ਨਾ ਹੋਵੇ। ਹੁਣ ਮੈਂ ਤੈਨੂੰ ਕੀ ਕਹਾਂ ਬਾਬਾ ਨਾਨਕਾ, ਮੈਂ ਕੀ ਕਹਿ ਸਕਦਾ, ਤੂੰ ਤਾਂ ਬਿਨ ਬੋਲਿਆ ਜਾਣਦਾ ਹੈ। ਤਦ ਬਚਾਹੋ ਖੁਸ਼ ਕਹਿ ਤੁਮ ਸੰਗਾ, ਬਿਨ ਰਜਾਏ ਕਿਉ ਕਹੋ ਨਿਸੰਗਾ। ਮਾਰੇ ਕਹਿੰਦੇ ਬੋਲ ਬਾਪੂ ਕੀ ਕਹਿਣਾ ਚਾਹੁੰਦਾ ਹੈ? ਕਹਿੰਦੇ ਮਹਾਰਾਜ ਜੀ ਸੰਗ ਲੱਗਦੀ ਆ, ਜੇ ਤੁਹਾਡੀ ਆਗਿਆ ਹੋਵੇ ਤੇ ਫਿਰ ਮੈਂ ਕਹਿ ਦਿੰਨਾ, ਜੇ ਤੁਸੀਂ ਹੁਕਮ ਕਰੋ। ਕਾਲੂ ਲਾਲੂ ਪੁਨ ਚਲ ਆਵਾ, ਨ੍ਰਿਪ ਟਿਕ ਬੈਠ ਭਰਿਓ ਦੁਖ ਆਵਾ। ਕਹਿੰਦੇ ਜੀ ਇੰਨਾ ਕੁ ਬਚਨ ਚੱਲਣ ਦਿਆ ਸੀ ਤੇ ਪਿਤਾ ਕਾਲੂ ਤੇ ਚਾਚਾ ਲਾਲੂ ਇਹ ਵੀ ਦੋਨੋਂ ਜਾਣੇ ਉਸ ਜਗ੍ਹਾ ਤੇ ਪਹੁੰਚ ਗਏ ਹਨ। ਤਬ ਬੋਲੇ ਸ੍ਰੀ ਬਦਨ ਮਯੰਕਾ, ਕਰੋ ਕਹੋ ਰਾਏ ਜੀ ਹੋਏ ਨਿਸ਼ੰਕਾ। ਤੇ ਮਹਾਰਾਜ ਕਹਿੰਦੇ ਬਚਨ ਕਰੋ ਰਾਏ ਬੁਲਾਰ ਜੀ ਬੇਸੰਗ ਹੋ ਕੇ, ਤੁਹਾਡੀ ਸਾਡੇ ਨਾਲ ਭਲੀ ਨਿਭੀ ਆ। ਤੁਸਾਂ ਤੋਂ ਅਸਾਂ ਕਾਏ ਲੁਕਾਇਆ ਨਹੀਂ ਬਾਪੂ, ਤੂੰ ਸਾਡੇ ਤੋਂ ਕਾਏ ਪੜਦਾ ਨਹੀਂ, ਅਸਾਂ ਤੇਰੇ ਤੋਂ ਕਾਏ ਪੜਦਾ ਨਹੀਂ। ਤੂੰ ਨਿਸੰਗ ਹੋ ਕੇ ਦੱਸ। ਜਦੋਂ ਫਿਰ ਬਾਣੀ ਬਾਣੇ ਵਾਲਾ ਸੱਚਾ ਸੁੱਚਾ ਸਿੱਖ ਨਾ, ਜਿਹਨੂੰ ਮਾਰੇ ਕਹਿੰਦੇ ਹਰ ਹਰਜਨ ਦੋਈ ਏਕ ਹੈ ਬੇਬ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਜਲ ਹੀ ਵਿਕੈ ਸਮਾਈ। ਬਾਬਾ ਬੁੱਢਾ ਜੀ ਭਾਈ ਪਾਰੋ ਜੀ ਵਰਗੇ ਸਿੱਖ ਜਿਹੜੇ ਸਨ, ਇਹ ਇੱਕਮਿਕ ਹੋ ਗਏ ਸੀ ਮਹਾਰਾਜ ਨਾਲ। ਇਹ ਗੁਰੂ ਤੋਂ ਨਹੀਂ ਮੋੜਦੇ ਸੀ ਤੇ ਗੁਰੂ ਇਹਨਾਂ ਦੀ ਨਹੀਂ ਮੋੜਦਾ। ਤੇ ਮਹਾਰਾਜ ਕਹਿੰਦੇ ਰਾਏ ਤੂੰ ਅਸਾਂ ਦਾ ਭੇਦ ਜਾਤਾ ਆਹੀ, ਤੇ ਅਸਾਂ ਤੁਸਾਂ ਦਾ ਭੇਦ ਜਾਤਾ ਆਹੀ। ਤੁਸਾਂ ਅਸਾਂ ਤੋਂ ਕਾਏ ਲੁਕਾਇਆ ਨਹੀਂ, ਤੇ ਅਸਾਂ ਤੁਸਾਂ ਤੋਂ ਕਾਏ ਲੁਕਾਇਆ ਨਹੀਂ। ਜੋ ਦਿਲ ਦੀ ਬਾਤ ਅਸਾਂ ਨਾ ਕਰਸੀ, ਹੁਣ ਕਹਿਣਾ ਕੀਤਾ। ਇਸ ਦੇ ਜਬ ਅਸ ਸੁਖਦਾਨੀ, ਬੋਲਿਓ ਤਬ ਨਰੇਸ਼ ਮੁਖ ਬਾਨੀ। ਤੇ ਉਸ ਵੇਲੇ ਰਾਏ ਬੁਲਾਰ ਜੀ ਨੇ ਆਪਣੇ ਮੁਖੜੇ ਤੋਂ ਕਹਿਣਾ ਕੀਤਾ। ਕੁੰਡਲੀਆ ਛੰਦ ਨਿਜ ਖੇਤੀ ਕਰਵਾਈਏ, ਕਾਮੇ ਦਿਓ ਰਖਾਏ। ਔਰ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੀ ਚੰਦਰਮਾ ਸਰੂਪ ਕਮਲ ਰੂਪੀ ਮੁਖੜੇ ਵਾਲੇ, ਮੈਂ ਕੁਝ ਕਹਿਣਾ ਚਾਹਣਾ ਹਾਂ। ਤੇ ਮਹਾਰਾਜ ਕਹਿੰਦੇ ਕਹੋ। ਕਹਿੰਦੇ ਮੇਰਾ ਦਿਲ ਕਰਦਾ ਵਾ ਵੀ ਜਿਹੜੀ ਤੁਹਾਨੂੰ ਮੈਂ ਸੇਵਾ ਦਿੱਤੀ ਹੈ 750 ਮਰਬਾ, ਇਹਦੇ ਵਿੱਚ ਖੇਤੀ ਕਰੋ। ਹੁਣ ਉਹ ਸਿਆਣਾ ਸੀ ਨਾ, ਦਾਨਾ ਸੀ, ਉਹਨੂੰ ਪਤਾ ਵੀ ਕਿਸੇ ਹਿਸਾਬ ਨਾਲ ਸਾਰੇ ਜਾਣੇ ਚਾਹੁੰਦੇ ਵੀ ਬਾਬੇ ਨੂੰ ਜਾਣ ਨਹੀਂ ਦੇਣਾ, ਹਨਾ। ਆਖੋ ਸਤਨਾਮ। ਜਿੱਦਾਂ ਤੁਸੀਂ ਮੇਰੀਆਂ ਅਰਦਾਸਾਂ ਕਰਦੇ ਰਹੇ ਨਾ, ਮੈਂ ਕਿਹਾ ਬਾਹਰ ਨੂੰ ਜਾਣਾ, ਕਹਿੰਦੇ ਤੂੰ ਨਹੀਂ ਅਜੇ ਜਾਣਾ, ਕੋਈ ਤੁਹਾਡੀ ਸੁਣ ਲੈਂਦਾ ਨੇੜੇ ਹੋ ਕੇ। ਆਖੋ ਸਤਨਾਮ। ਤੋ ਇਸ ਕਰਕੇ ਮਹਾਰਾਜ ਨੂੰ ਰੱਖਣ ਦਾ ਸਾਰਿਆਂ ਨੇ ਯਤਨ ਕੀਤਾ। ਚਾਚਾ ਜੀ ਆ ਗਏ, ਪਾਪਾ ਜੀ ਆ ਗਏ, ਮਾਂ ਵੀ ਆ ਗਈ, ਤੇ ਰਾਏ ਜੀ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਡੀ ਆਗਿਆ, ਵੇਖੋ ਪਹਿਲਾਂ ਆਗਿਆ ਲਈ, ਮਨ 'ਚ ਇਹ ਨਹੀਂ ਸੋਚਿਆ ਵੀ ਕਿਤੇ ਹੰਕਾਰ ਨਾ ਆ ਜੇ ਮੈਨੂੰ ਵੀ ਮੈਂ ਦਿੱਤੀ ਆ। ਪਹਿਲਾਂ ਇਹ ਪੁੱਛਿਆ ਵੀ ਮੈਨੂੰ ਸੰਗ ਆਉਂਦੀ, ਜੇ ਤੁਹਾਡਾ ਹੁਕਮ ਹੋਏ ਤੇ ਮੈਂ ਫੇਰ ਬੇਨਤੀ ਕਰਨੀ ਆ। ਮਹਾਰਾਜ ਨੇ ਆਖਿਆ ਤੂੰ ਬੇਫਿਕਰ ਹੋ ਕੇ ਕਰ, ਤੇਰੇ ਮੇਰੇ 'ਚ ਕੋਈ ਫਰਕ ਨਹੀਂ, ਤੂੰ ਮੇਰੇ ਤੋਂ ਨਹੀਂ ਲਗਾਇਆ, ਮੈਂ ਤੇ ਤੋਂ ਬੜੇ ਤਰੀਕੇ ਨਾਲ ਡਰਦੇ ਡਰਦੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਮੇਰਾ ਜੀ ਕਰਦਾ ਵਾ ਵੀ ਪਿਆਰ ਦੀ ਭੇਟਾ ਜਿਹੜੀ ਉੱਦਾਂ ਹੀ ਪਈ ਆ, ਉਹਦੇ ਵਿੱਚ ਤੁਸੀਂ ਖੇਤੀ ਕਰੋ ਹੁਣ।
ਤੇ ਮੈਂ ਤੁਹਾਨੂੰ ਖੇਤੀ ਕਰਦਿਆਂ ਨੂੰ ਵੇਖਿਆ ਕਰਾਂ। ਇਹ ਤੇ ਉਹ ਗੱਲ ਬਣੀ ਵੀ ਬੀਬੀ ਨੇ ਆਖਿਆ ਸੀ, ਰੱਬ ਖੁਸ਼ ਹੋਇਆ, ਕਹਿੰਦੇ ਬੀਬੀ ਬਾ ਤਾਂ ਰੌਲਾ ਨਾ ਪਾਈ, ਇੱਕੋ ਚੀਜ਼ ਮੰਗੀ, 5 ਮਿੰਟ ਆ ਤੇਰੇ ਕੋਲ ਮੰਗਣ ਲਈ। ਮੰਗਣ ਦਾ ਵੀ ਤਰੀਕਾ ਚਾਹੀਦਾ ਕਿ ਮੇਰੇ ਅੱਗੇ ਜੱਟ ਬੂਟ ਨੇ ਭਗਤੀ ਕੀਤੀ, ਰੱਬ ਕਹਿੰਦਾ ਕੀ ਚਾਹੀਦਾ ਛੇਤੀ ਦੱਸੀ, 2 ਸੈਕਿੰਡ ਹੈ। ਉਹਦੀ ਤੂੜੀ ਮੁੱਕੀ, ਕਹਿੰਦਾ ਤੂੜੀ ਦੀ ਪਾਂਡੀ ਦੇ ਦੇ। ਉਹ ਕਹਿੰਦਾ ਜਾ ਓਏ ਕਮਲਿਆ, ਜੇ ਕੁਝ ਮੰਗਣਾ ਤੇ ਉਹ ਕਈ ਵਾਰ ਬੰਦੇ ਦੀ ਸੋਚ ਛੋਟੀ ਹੁੰਦੀ ਵਾ ਆਪਣੇ ਬਾਰੇ। ਉਹ ਢਾਡੀ ਸਿੰਘ ਸੁਣਾਉਂਦੇ ਹੁੰਦੇ ਵੀ ਉਹ ਬੀਬੀ ਨੂੰ ਕਹਿੰਦੇ ਵੀ ਮਿੰਟ 2 ਆ ਤੇਰੇ ਕੋਲ, ਬਾਤ ਖਲਾਰਾ ਨਾ ਪਾ ਕੇ ਬਹਿ ਜੀ। ਬੀਬੀਆਂ ਦਾ ਹੁੰਦਾ ਹੈ ਨਾ ਤਰੀਕੇ ਜੇ ਆਏ ਐ ਕਰ ਕੁਰ ਕੇ, ਕਹਿੰਦੇ ਛੇਤੀ ਬੋਲਦੇ। ਕਹਿੰਦੀ ਫਿਰ ਲਓ ਬਾਬਾ ਜੀ ਸੁਣੋ, ਮੈਨੂੰ ਉਹ ਬਖਸ਼ਿਸ਼ ਦਿਓ ਜਿਹੜੀ ਮੈਂ ਮੰਗਾ ਤੇ ਮੇਰੀ ਝੋਲੀ 'ਚ ਪਏ। ਕਹਿੰਦੇ 10। ਉਹਦੇ ਘਰ ਬੱਚਾ ਨਹੀਂ ਸੀ ਹੈਗਾ, ਬੀਬੀ ਦੇ ਘਰ ਬੱਚਾ ਨਹੀਂ ਸੀ ਹੈਗਾ, ਤੇ ਕਿਸੇ ਉਸਤਾਦ ਦੀ ਚੰਡੀ ਸੀ, ਸੰਗਤ ਕਰਦੀ ਸੀ, ਰੋਜ਼ ਕਥਾ ਸੁਣਦੀ ਸੀ ਨਵੀਆਂ, ਤੇ ਮੰਗਣ ਲੱਗੀ। ਉਹਨੇ ਕਿਹਾ ਛੇਤੀ ਮੰਗੀ, ਤੇ ਮੰਗੀ ਇੱਕੋ ਚੀਜ਼, ਇੱਕੋ ਬੋਲ ਪੂਰਾ ਕਰਨਾ ਹੈ। ਕਹਿੰਦੀ ਫਿਰ ਵਾਹਿਗੁਰੂ ਕਰੋ ਕਿਰਪਾ, ਮੇਰੀ ਨੌ ਸੋਨੇ ਦੀ ਮਧਾਣੀ, ਨਾ ਦੁੱਧ ਰਿੜਕੇ ਤੇ ਪੋਤਾ ਕੋਲੇ ਖੇਡੇ। ਸਾਧੂ ਵੀ 2 ਫੁੱਟ ਬੁੜਕ ਕੇ ਕਹਿੰਦੇ ਹੈ ਕਿ ਮੁੰਡਾ ਜੇ ਹੋਣਾ ਵਾ, ਮੁੰਡਾ ਹੋਣਾ ਜੇ। ਤੇ ਕਹਿੰਦੀ ਸੋਨੇ ਦੀ ਮਧਾਣੀ, ਨਾ ਨੌ ਦੁੱਧ ਰਿੜਕੇ ਤੇ ਪੋਤਾ। ਹੁਣ ਨੌ ਤਾਂ ਹੀ ਆਊ ਜੇ ਮੁੰਡਾ ਆਊ, ਤੇ ਸੋਨੇ ਦੀ ਮਧਾਣੀ ਵੀ ਤਾਂ ਹੀ ਚੱਲੂ ਜੇ ਪੱਲੇ ਕੁਝ ਹੋਊ। ਤੇ ਮੁੰਡਾ ਪੋਤਾ ਕਿੰਨਾ ਕੁਝ ਥੋੜੇ ਸਮੇਂ 'ਚ ਮੰਗ ਲਿਆ। ਇਹ ਜਗਿਆਸੂ ਸਿੱਖਾਂ ਦੀ ਆਸਥਾ। ਕਈ ਵਾਰੀ ਸਾਡੇ ਸਾਹਮਣੇ ਗੁਰੂ ਕਿਰਪਾ ਕਰਦਾ, ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਸਾਡੀ ਸੋਚ ਉੱਥੇ ਰਹਿ ਜਾਂਦੀ ਹੈ। ਜਿੱਦਾਂ ਕਿਸੇ ਨੇ ਆਖਿਆ ਭਗਤੀ ਕੀਤੀ, ਹੱਸ ਲਓ ਥੋੜ੍ਹਾ ਜਿਹਾ, ਤੇ ਕਹਿੰਦੇ ਵੀ 9 ਸੱਸ ਪਾਠ ਕਰਦੀਆਂ ਸਨ, ਤੇ ਉਹਨੇ ਆਖਿਆ ਵੀ ਭਗਤੀ ਕੀਤੀ ਬਹੂ ਨੇ। ਕਹਿੰਦੇ ਪਰਮੇਸ਼ਰ ਜੀ ਮੈਨੂੰ ਦਿਓ ਕੁਛ। ਪਰਮੇਸ਼ਰ ਕਹਿੰਦਾ ਤੁਹਾਡੀ ਦੋਵਾਂ ਦੀ ਭਗਤੀ ਪੂਰੀ, ਬੀਬੀ ਤੇਰੀ ਵੀ ਤੇ ਨੌਂ ਦੀ ਵੀ, ਤੇ ਜੋ ਤੁਸੀਂ ਇੱਕ ਜਾਣੀ ਮੰਗੋਗੀਆਂ ਦੂਜੀ ਨੂੰ ਡਬਲ ਮਿਲੂਗਾ। ਬੀਬੀ ਸਿਆਣੀ ਸੀ, ਉਹਨੇ ਕਿਹਾ ਵੀ ਕਿਰਪਾ ਕਰੋ ਜੀ, ਮੈਂ ਤੇ ਹੁਣ ਬੁੱਢੇ ਬਾਰੇ ਆ, ਤੇ ਮੇਰੀ ਨੌਂ ਨੂੰ ਗਾਂ ਇਹਨਾਂ ਨੂੰ ਦਿਓ। ਕਹਿੰਦਾ 10 ਕੁੜੀਏ ਕੀ ਚਾਹੀਦਾ? ਉਹ ਕਹਿੰਦੀ ਵੀ ਕਿਲੋ ਸੋਨਾ, ਤੇ ਉਹਨੂੰ ਕਿਲੋ ਤੇ ਉਹਦੀ ਸੱਸ ਨੂੰ 2 ਕਿਲੋ। ਉਹਨੇ ਕਿਹਾ ਵੀ ਮੈਨੂੰ 2 ਕੁਆਂਟਲ ਚਾਂਦੀ, ਤੇ ਉਹਦੀ ਸੱਸ ਨੂੰ 4 ਕੁਆਂਟਲ। ਉਹਨੇ ਕਿਹਾ ਮੈਨੂੰ 2 ਕੁਆਂਟਲ ਹੀਰੇ ਮੋਤੀ, ਤੇ ਉਹਨੇ ਆਖਿਆ ਇਹ ਤੇ ਕੰਮ ਖਰਾਬ ਆ, ਇੱਧਰ ਵੱਧਦਾ ਜਾਂਦਾ ਏ। ਉਹਨੇ ਫਿਰ ਕੀ ਆਖਿਆ? ਕਹਿੰਦੀ ਰੱਬਾ ਮੈਨੂੰ 1% ਟੈਕ ਆਵੇ ਹਾਰਟ ਦਾ। ਬੋਲੋ ਸਤਨਾਮ ਸ੍ਰੀ। ਉਹਨੇ ਕਿਹਾ ਮੈਨੂੰ 1% ਹਾਰਟ ਦਾ ਅਟੈਕ ਆਵੇ, ਤੇ ਬੀਬੀ ਨੂੰ 4 ਗੁਣਾ ਹੋਣਾ ਸੀ। ਉਹਨੂੰ 1% ਆਇਆ, ਦੰਦਰ ਦੁੰਦਰ ਪਈ, ਤੇ ਬੀਬੀ ਨੂੰ 4 ਹੈ, ਤੇ ਬੀਬੀ ਮਰ ਗਈ। ਉਹਨੇ ਸਾਰੀ ਜਾਇਦਾਦ ਰੱਖ ਲਈ। ਕਈ ਵਾਰੀ ਬੰਦੇ ਦੇ ਅੰਦਰ ਖੋਟ ਵੀ ਹੁੰਦੀ ਹੈ। ਬਾਣੀ ਕਹਿੰਦੀ ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਸੁਖ ਨਾ ਹੀ ਭਾਈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਮਾਲਕ ਨੂੰ ਰਾਏ ਬਲਾਰ ਜੀ ਕਹਿੰਦੇ ਨਿਜ ਖੇਤੀ ਕਰਵਾਏ, ਕਾਮੇ ਦਿਉ ਰਖਾਏ। ਕਹਿੰਦੇ ਬਾਪੂ ਨਾਨਕ ਜੀ ਮੇਰਾ ਜੀ ਕਰਦਾ ਵੀ ਮੈਂ ਜਾਣ ਤੋਂ ਪਹਿਲਾਂ ਦੁਨੀਆ ਤੋਂ ਆਪਣੇ ਨਾਨਕ ਨੂੰ ਖੇਤੀ ਕਰਦੇ ਵੇਖਾਂ। ਤੁਸੀਂ ਵੇਖਣਾ ਹੀ ਆ, ਕਾਮੇ ਸਾਰੇ ਜਿੰਨੇ ਵੀ ਕਰਨ ਵਾਲੇ, ਤੁਸੀਂ ਹੱਥੀਂ ਕੁਝ ਨਹੀਂ ਕਰਨਾ, ਮੈਂ ਆਪ ਲਾ ਦੇਵਾਂਗਾ। ਨਹਿ ਹਾਲਾ ਲੇਵੈ ਕਛ, ਸਭ ਹੈ ਇਨਾਮ ਕਰਾਏ। ਮਹਾਰਾਜ ਸੱਚੇ ਪਾਤਸ਼ਾਹ ਨੂੰ ਰਾਏ ਬੁਲਾਰ ਕਹਿੰਦੇ ਜਿੰਨੇ ਹਾਲ ਵਾਹੁਣ ਵਾਲੇ ਹਾਲ ਹੀ ਆ, ਬਲਦ ਵੀ ਮੇਰੇ ਹਲ ਵੀ ਹੋਣਗੇ। ਤੁਸੀਂ ਬਸ ਲਾਗੇ ਦੀਦਾਰ ਹੀ ਦੇਣੇ ਆ, ਤੇ ਉਹਨਾਂ ਦੀ ਜਿਹੜੀ ਇਨਕਮ ਦਿਹਾੜੀ ਹੈ ਨਾ, ਮੈਂ ਆਪੇ ਦੇ ਦਿਆਂਗਾ। ਸਭ ਹੈ ਇਨਾਮ ਕਰਾਏ, ਸਦਨ ਨਿਜ ਰਹੋ ਦੁਖ ਕਦਨਾ। ਕਹਿੰਦੇ ਇਸ ਕਰਕੇ ਸਾਰੀਆਂ ਬਖਸ਼ਿਸ਼ਾਂ ਮਹਾਰਾਜ ਤੇਰੀਆਂ ਦਿੱਤੀਆਂ ਏ। ਅੰਦਰੋਂ ਡਰਦਾ ਵੀ ਹੈ ਕਿਤੇ ਮਹਾਰਾਜ ਹਉਮੈ ਦਾ ਸ਼ਿਕਾਰ ਨਾ ਹੋ ਜਾ। ਭਾਵਨਾ ਵਾਲਾ ਸੀ ਨਾ, ਡਰ ਡਰ ਕੇ ਬਚਨ ਕਰਦਾ ਹੈ। ਮਾਤਾ ਬਿਰਹਿ ਅਧੀਨ, ਹੋਤ ਨਹਿ ਪੇਖਤ ਬਦਨਾ। ਕਹਿੰਦੇ ਦੇਖੋ ਗੁਰੂ ਨਾਨਕ ਸਾਹਿਬ ਜੀ ਤੁਹਾਡੇ ਮਾਂ ਦਿਨੇ ਰਾਤ ਵਿਰਾਗ ਕਰਦੇ ਰਹਿੰਦੇ ਐ। ਉਹਨਾਂ ਦੀ ਬੇਨਤੀ ਹੈ ਵੀ ਗੁਰੂ ਨਾਨਕ ਸਾਹਿਬ ਮੇਰੇ ਅੱਖਾਂ ਦੇ ਸਾਹਮਣੇ ਰਹਿਣ, ਕਦੇ ਦੂਰ ਨਾ ਜਾਵਾਂ। ਸੁਨ ਬੁਲਾਰ ਕੇ ਬਚਨ ਕੋ, ਦੀਨਾ ਨਾਥ ਸੁਭਾਏ। ਔਰ ਕਹਿੰਦੇ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਨੇ ਰਾਏ ਬੁਲਾਰ ਦੇ ਸਾਰੇ ਬਚਨ ਸੁਣੇ, ਤੇ ਮਹਾਰਾਜ ਹੱਸ ਪਏ।
ਮੁਸਕਰਾਏ ਹਨ। ਸ੍ਰੀ ਮੁਖ ਖੇਤੀ ਬਿਦ ਕਹੀ ਸੋਰਠ ਰਾਗ ਉਠਾਏ। ਤੇ ਬਾਪੂ ਨਾਨਕ ਦੇਵ ਜੀ ਨੂੰ ਕੌਣ ਛੱਡ ਸਕਦਾ। ਆਪਦੀ ਵੱਲੋਂ ਤੇ ਸਾਰੇ ਜਣਿਆਂ ਸਲਾਹ ਬਣਾਈ ਵੀ ਗੁਰੂ ਨਾਨਕ ਸਾਹਿਬ ਨੂੰ ਆਪਾਂ ਮੋਹ ਲੈਣਾ। ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਕਾਮਿਆਂ ਦਾ ਲਾਲਚ ਦੇ ਕੇ, ਪੈਲੀ ਦਾ ਲਾਲਚ ਦੇ ਕੇ, ਮਾਇਆ ਦਾ। ਇਹ ਨਹੀਂ ਸੀ ਪਤਾ ਵੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਰਾਏ ਇਹ ਖੇਤੀ ਨਕਲੀ ਆ। 18,000 ਕਿੱਲਾ ਉਹਨੇ ਮੱਥਾ ਟੇਕਿਆ, ਮਹਾਰਾਜ ਨੇ ਇੱਕ ਦਿਨ ਵੀ ਨਹੀਂ ਉਹ 'ਚ ਫਸਲ ਬੀਜੀ। ਮਹਾਰਾਜ ਕਹਿੰਦੇ ਇਹ ਖੇਤੀ ਨਕਲੀ ਆ। ਬਾਪੂ ਆ ਜਾ ਤੈਨੂੰ ਅਸਲੀ ਖੇਤੀ ਦੇ ਦਰਸ਼ਨ ਕਰਾਈਏ। ਉਥੇ ਕੀ ਕੀਤਾ, ਕਹੀ ਸੋਰਠ ਰਾਗ ਉਠਾਏ। ਸੋਰਠ ਰਾਗ ਦੇ ਵਿੱਚ ਮਹਾਰਾਜ ਜੀ ਨੇ ਬਚਨ ਉਚਾਰਨ ਕੀਤੇ। ਸ੍ਰੀ ਮੁਖ ਵਾਕ ਸੋਰਠ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸੋਰਠ ਰਾਗ ਵਿੱਚ ਪਹਿਲੇ ਘਰ ਦੇ ਵਿੱਚ ਕਿਰਪਾ ਕਰਦੇ ਹਨ। ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਇਹ ਪੰਕਤੀ ਉੱਥੇ ਉਚਾਰੀ ਸੀ, ਅੱਜ ਵੇਖ ਲਓ, ਆਖੋ ਸਤਿਨਾਮ। ਤੁਹਾਡੇ ਜਿਹੜੇ ਸਹਿਜ ਪਾਠ ਕਰਦੇ ਪੰਕਤੀ ਆਉਂਦੀ ਨਾ ਗੁਰੂ ਗ੍ਰੰਥ ਸਾਹਿਬ 'ਚ, ਮਨ ਹਾਲੀ ਕਿਰਸਾਣੀ ਕਰਨੀ। ਮਹਾਰਾਜ ਕਹਿੰਦੇ ਬਹਿ ਜਾਓ ਸਾਰੇ ਜਾਣੇ, ਜਿਹੜੀ ਖੇਤੀ ਤੁਸੀਂ ਕਰਾਉਣ ਨੂੰ ਫਿਰਦੇ ਆ ਬਾਬੇ ਨੇ ਨਹੀਂ ਕਰਨੀ। ਮਹਾਰਾਜ ਕਹਿੰਦੇ ਸਾਡੀ ਖੇਤੀ ਕੀ, ਮਨ ਸਾਡਾ ਹਾਲੀ ਹੈ ਤੇ ਕਰਨੀ ਕਿਰਸਾਨ ਹੈ। ਤੇ ਸਾਹਿਬ ਜੀ ਕਹਿੰਦੇ ਸ਼ਰਮ ਦਾ ਪਾਣੀ ਭਾਵ ਹਮੇਸ਼ਾ ਪਰਮੇਸ਼ਰ ਤੋਂ ਡਰ ਕੇ ਰਹੋ। ਕਿਉਂਕਿ ਜਿਹੜੇ ਬੰਦੇ ਨੂੰ ਸ਼ਰਮ ਆਵੇ ਨਾ, ਜਾਂ ਜਿਹਦੀ ਬਦਨਾਮੀ, ਤੇ ਉਹ ਸਦਾ ਸਿਰ ਨੀਵਾਂ ਰੱਖਦਾ। ਕਥਾ ਇੱਥੋਂ ਸ਼ੁਰੂ ਹੋਈ ਸੀ, ਸਿਰ ਨੀਵਾਂ। ਆਪਣੀ ਜ਼ਿੰਦਗੀ 'ਚ ਜਿੰਨਾ ਜ਼ਿਆਦਾ ਨੀਵੇਂ ਹੋ ਜਾਓਗੇ ਫਲ ਲੱਗ ਜੂਗਾ। ਪੜ੍ਹਦੀ ਹੁੰਦੀ ਸੀ ਸੰਗਤ ਨਾ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿਮਲਾ ਤੋਂ। ਆਸਾ ਦੀ ਵਾਰ ਦੇ ਵਜਨ, ਸਿਮਲ ਰੁੱਖ ਸਰਾਇਰਾ ਅਤ ਦੀਰਗਤ ਮੁੱਚ। ਹੋਏ ਜੇ ਆਵੇ ਆਸ ਕਰ, ਜਾਹੇ ਨਰਾਸੇ ਫਲ ਫਿੱਕੇ। ਫੁੱਲ ਬੱਕ ਬੱਕੇ ਕੰਮ ਨਾ ਆਵੇ ਹੱਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆ ਤਤ। ਸੱਚੇ ਪਾਤਸ਼ਾਹ ਕਹਿੰਦੇ ਮਨ ਹਾਲੀ ਹੈ, ਕਿਰਸਾਣੀ ਕਰਨੀ ਹੈ, ਸ਼ਰਮ ਦਾ ਪਾਣੀ ਪਾਇਆ, ਇਹ ਤਨ ਖੇਤ ਹੈ। ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇ। ਮਹਾਰਾਜ ਕਹਿੰਦੇ ਇਸ ਖੇਤ ਵਿੱਚ ਨਾਮ ਦਾ ਬੀਜ ਪਾਇਆ, ਸੰਤੋਖ ਦਾ ਸੁਹਾਗਾ ਫੇਰਿਆ ਹੈ, ਤੇ ਰੱਖ ਗਰੀਬੀ ਵੇਸ। ਜਿਹੜੀ ਵਾੜ ਕੀਤੀ ਇਸ ਖੇਤ ਨੂੰ, ਉਹ ਨਿਮਰਤਾ ਦੀ। ਆਹ ਵਚਨ ਜਦੋਂ ਸੁਣੇ ਉੱਥੇ ਰਾਏ ਭੋਏ ਦੀ ਤਲਵੰਡੀ ਦੇ ਪਤਵੰਤਿਆਂ ਨੇ, ਬਾਪੂ ਰਾਏ ਬੁਲਾਰ ਨੇ, ਸਾਰਿਆਂ ਦੇ ਕਵਾੜ ਖੁੱਲ ਗਏ। ਇਹ ਕੋਈ ਰੱਗੀ ਆਤਮਾ ਹੈ, ਖੁਦ ਖੁਦਾ ਦੀਆਂ ਗੱਲਾਂ ਖੁਦਾ ਕਰਦਾ ਪਿਆ ਹੈ। ਇਹ ਆਪਣੀ ਬੇਸਮਝ ਹਾਂ, ਆਪਾਂ ਨੂੰ ਸਮਝ ਨਹੀਂ ਆ ਸਕਦੀ। ਕਿਉਂਕਿ ਆਪਣਾ ਮਨ ਹਾਲੀ ਕਰੋ। ਹਾਲੀ ਮੈਨੇ ਜੇ ਹਾਲ ਥੱਲੇ ਨਾ ਲੱਗਣ ਤੇ ਜ਼ਮੀਨ। ਹੁਣ ਤੁਸੀਂ ਟਰੈਕਟਰ ਆਮ ਹੀ ਚਲਾਉਂਦੇ ਜੇ, ਤੇ ਜੇ ਮੰਨ ਲਓ ਹਲ ਚੁੱਕੇ ਰਹਿ ਜਾਣ, ਟਰੈਕਟਰ ਉੱਦਾਂ ਹੀ ਭਜਾਈ ਫਿਰੋ ਤੇ ਪੈਲੀ ਨਹੀਂ ਨਾ ਵਗੂਗੀ। ਮਨ ਨੂੰ ਹਾਲੀ ਕਿਹਾ ਵਾ ਵੀ ਇਹ ਨਾ ਹੋਵੇ ਗੁਰਦੁਆਰੇ ਬੈਠਾ ਹੋਵੇ ਤੇ ਮਨ ਤੇਰਾ ਬਾਜ਼ਾਰ 'ਚ ਹੋਵੇ। ਮਨ ਲੱਗੇ ਹੀ ਨਾ ਕਥਾ ਕੀਰਤਨ 'ਚ, ਤੇ ਬਾਅਦ 'ਚ ਉੱਠ ਕੇ ਪ੍ਰਸ਼ਾਦ ਲੈ ਕੇ ਆਖੇ ਬਾਬਾ ਜੀ ਅੱਜ ਰਸ ਨਹੀਂ ਆਇਆ। ਉਹ ਤੇ ਮਹਾਰਾਜ ਨੂੰ ਕਾਜੀ ਕਹਿੰਦੇ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਨਮਾਜ਼ ਕੰਧਾ ਨਾ ਪੜਾਂ। ਤੁਹਾਡਾ ਮਨ ਤੇ ਘੋੜੇ ਖਰੀਦਦਾ ਫਿਰਦਾ, ਕਈ ਵਾਰੀ ਬੈਠੇ ਗੁਰਦੁਆਰੇ ਹੋਈਦਾ ਤੇ ਪਹੁੰਚੇ ਵੈਸੀ 'ਚ ਹੋਈਦਾ। ਕੁਸਦ ਹਾਏ ਬਾਬਾ ਕਿਤੇ ਐਤਕੀ ਸਦਾ ਆ ਜੇ। ਤੋ ਇਸ ਕਰਕੇ ਮਾਰੇ ਕਿਹਾ ਮਨ ਨੂੰ ਨੱਪ ਕੇ ਲਾਓ। ਜਿੰਨੇ ਹਲ ਡੂੰਘੇ ਲੱਗਣਗੇ ਉਨੀ ਜ਼ਮੀਨ। ਜਿੰਨਾ ਤੁਹਾਡਾ ਮਨ, ਮੈਂ ਤੁਹਾਨੂੰ ਵਿੱਚ ਤਾਂ ਬੁਲਾਉਂਦਾ ਰਹਿਣਾ, ਹਸਾਉਂਦਾ ਰਹਿਣਾ, ਤੁਹਾਡਾ ਧਿਆਨ ਇੱਧਰ ਰਵੇ। ਕਿਉਂਕਿ ਸਾਰੇ ਆਪਾਂ ਟੈਨਸ਼ਨਾਂ ਦੇ ਮਾਰੇ 2 ਮਿੰਟ ਤੁਹਾਡੇ ਵੱਲੋਂ ਮੈਂ ਚਿਹਰਾ ਇੱਧਰ ਕਰ ਲਾਂ ਤੇ ਗਵਾਚ ਜਾਂਦਾ ਬੰਦਾ। ਬੈਠਾ ਬੈਠਾ ਪਤਾ ਨਹੀਂ ਕਿੱਥੇ ਪਹੁੰਚ ਜਾਂਦਾ ਉਸੇ ਵੇਲੇ। ਇਹ ਸੱਚਾਈ ਹੈ। ਤੁਮਾਰੇ ਸਾਹਿਬ ਕਹਿੰਦੇ ਮਨ ਹਲ, ਇਹਨੂੰ ਹਲ ਬਣਾ ਲਾ। ਤੇ ਕਿਰਸਾਨ ਕੌਣ ਆ? ਤੇਰੀ ਕਰਨੀ। ਤੇ ਗਰੀਬ ਨਵਾਜ ਕਹਿੰਦੇ ਸ਼ਰਮ ਪਾਣੀ, ਸ਼ਰਮ ਕਰਕੇ ਭਾਵ ਡਰ ਕੇ ਰਿਹਾ ਕਰ। ਤੇ ਤਣ ਆ ਜਿਹੜਾ ਖੇਤ ਹੈ ਤੇ ਇਹਦੇ ਵਿੱਚ ਬੀਜ ਕਿਹੜਾ? ਨਾਮ। ਆ ਤੁਸੀਂ 50-60 ਮਿੰਟ ਬੀਜ ਹੀ ਬੀਜਣ ਆਉਂਦੇ ਜੇ। ਸੰਤੋਖ, ਸੰਤੋਖ ਦਾ ਸੁਹਾਗਾ ਰੱਖੋ, ਕੋਈ ਨਹੀਂ ਰੱਬ ਦਊਗਾ। ਜੇ ਅੱਜ ਦਿਨ ਮਾੜੇ ਚੰਗੇ ਆ ਨਾ, ਬਦਲ ਜਾਣੇ, ਕੁਝ ਨਹੀਂ ਹੁੰਦਾ। ਅਜੇ ਬੜੀ ਆਸ ਪਈ ਆ, ਸ਼ੁਰੂ ਹੀ ਹੋਏ। ਮੈਂ ਆਪਣੇ ਵੱਲ ਵੇਖਣਾ ਹੁੰਦਾ ਵੀ 2015 ਤੋਂ ਲੈ ਕੇ 22 ਦੇ ਵਿੱਚ ਬਹੁਤ ਤਬਦੀਲੀ ਆਈ ਜੀਵਨ 'ਚ 7 ਸਾਲਾਂ 'ਚ। ਚਲੋ ਮਾੜੀ ਚੰਗੀ 50-60 ਜੇ 40 ਕੁ ਪਏ ਜੇ ਆਸ ਰੱਖੀਏ ਤੇ
ਵੈਸੇ ਪਤਾ ਤੇ ਘੜੀ ਦਾ ਚੱਲ ਇੰਨੀ ਕਾਸ ਹੈਗੀ, ਜੇ ਆਪਾਂ 8 ਸਾਲਾਂ 'ਚ ਇੰਨਾ ਚੇਂਜ ਹੋ ਸਕਦੇ ਆ ਤੇ ਅਜੇ 70 ਜਿਹੜੇ ਉਹਨਾਂ ਵੱਲ ਖਿਆਲ ਰੱਖੋ। ਅਸੀਂ ਕੀ ਕਰਦੇ ਆ ਵੀ ਕੱਲ ਦੀ ਆਉਣ ਦੀ ਪ੍ਰਲਬ ਦੇ ਵਿੱਚ ਅੱਜ ਗਵਾਈ ਜਾਂਦੇ। ਅੱਜ ਜਿਹੜਾ ਇਹਨੂੰ ਸੋਨਾ ਬਣਾਓ, ਨਾਮ ਬੀਜ ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰੋ ਇਹਦੇ ਉੱਤੇ, ਤੇ ਰੱਖ ਗਰੀਬੀ ਵੇਸ। ਇਸ ਖੇਤ ਨੂੰ ਵਾੜ ਕਾਹਦੀ ਕਰਨੀ? ਨਿਮਰਤਾ ਦੀ। ਬਸ ਇਦਾਂ ਹੀ ਰਹਿਣਾ, ਕੋਸ਼ਿਸ਼ ਕਰਨੀ ਆ ਕਿ ਮੇਰੀਆਂ ਅੱਖਾਂ ਤੋਂ, ਮੇਰੇ ਕੰਨਾਂ ਤੋਂ, ਮੇਰੀ ਜ਼ੁਬਾਨ ਤੋਂ ਕੁਝ ਗਲਤ ਨਾ ਹੋ ਜਾਵੇ। ਭਾਉ ਕਰਮ ਕਰ ਜਮਸੀ ਸੇ ਘਰ ਭਾਗਟ ਦੇਖ। ਔਰ ਕਹਿੰਦੇ ਹਨ ਕਿ ਭਾਉ ਕਰਮ ਕਰ, ਭਾਵਨਾ ਦੇ ਨਾਲ ਇਹਦੀ ਨਿਗਾਹ ਰੱਖਣੀ ਹੈ। ਜਿਹੜੀ ਖੇਤੀ ਬੀਜੀ ਆ, ਭਾਵਨਾ ਨੂੰ ਨਿਗਾਹ ਬਣਾਉਣਾ ਆਪਦੀ, ਵੀ ਜਦੋਂ ਵੀ ਵੇਖਣਾ ਇਦਾਂ ਭਾਵਨਾ 'ਚ ਹੀ ਰਹੀ। ਇਹ ਵੇਖੀ ਵੀ ਇਹ 'ਚ ਵੀ ਮਹਾਰਾਜ, ਇਹ 'ਚ ਵੀ ਮਹਾਰਾਜ ਆ ਸਾਰੇ ਪੱਤੇ ਪੱਤੇ 'ਚ ਪਰਮੇਸ਼ਰ ਆ। ਭਾਓ ਜਿੱਦਾਂ ਗੇੜਾ ਲਾਈਦਾ ਨਾ ਰੋਜ਼ ਖੇਤ ਨੂੰ, ਵੀ ਸੁੰਡੀ ਸਾਂਡੀ ਤੇ ਨਹੀਂ ਕੋਈ ਪਈ। ਕਹਿੰਦੇ ਭਾਵਨਾ ਦੀ ਦਵਾਈ ਸਪਰੇ ਸਪਰੂ, ਭਾਓ ਕਰਮ ਕਰ ਜਮਸੀ ਸੋ ਕਰ ਭਾਗਠ ਦੇਖ। ਫਿਰ ਕਹਿੰਦੇ ਜਦੋਂ ਪੂਰੀ ਤਿਆਰੀ ਹੋਊਗੀ ਤੇ ਭਾਗਾਂ ਵਾਲਾ ਜਿਹੜਾ ਵਧੇ ਫੁੱਲੇਗਾ। ਦਿਨਾਂ ਦੇ ਵਿੱਚ ਤੇਰੀ ਤਰੱਕੀ ਹੋ ਜਾਣੀ ਹੈ। ਜੇ ਤੇਰੀ ਫਸਲ ਕਾਹਦੀ ਹੋਈ? ਨਾਮ ਦਾ ਬੀਜ ਹੋਇਆ, ਸੰਤੋਖ ਦਾ ਸੁਹਾਗਾ ਹੋਇਆ, ਸ਼ਰਮ ਦਾ ਪਾਣੀ ਹੋਇਆ, ਭਾਵਨਾ ਦੀ ਵਾੜ ਕੀਤੀ ਹੋਈ, ਤੇ ਦਿਨਾਂ 'ਚ ਛਾਲਾਂ ਮਾਰ ਮਾਰ ਚੜ੍ਹ ਜੂ ਖੇਤੀ। ਇਹ ਖੇਤੀ ਡੂੰਘੀ ਆ, ਅਰਥ ਬੜੇ ਪਿਆਰੇ ਆ। ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਵੇਖੀ ਦੂਜਿਆਂ ਦੀਆਂ ਫਸਲਾਂ ਉੱਥੇ ਖੜੋਤੀਆਂ ਹੋਣਗੀਆਂ ਤੇ ਤੇਰੀ ਛਾਲਾਂ ਮਾਰ ਮਾਰ ਚੜ੍ਹਨੀਆਂ। ਮੈਨੂੰ ਦਿਸਣ ਦੇ ਚਿਹਰੇ ਜਿਨ੍ਹਾਂ ਦੀ ਰੂਹਾਨੀਅਤ ਦੀ ਖੇਤੀ ਛਾਲਾਂ ਮਾਰ ਮਾਰ ਚੜ੍ਹ ਗਈ, ਚਿਹਰੇ ਦਗ ਦਗ ਕਰਦੇ ਆ, ਭਾਵੇਂ ਕੋਠੇ ਦੀ ਛੱਤ 'ਚ ਆਉਂਦੀ, ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਆ। ਇਹ ਖੇਤੀ ਮਹਾਰਾਜ ਨੇ ਅੰਦਰੀਵੀ ਖੇਤੀ ਦੀ ਗੱਲ ਕੀਤੀ ਹੈ। ਬਾਬਾ ਮਾਇਆ ਸਾਥ ਨਾ ਹੋਏ। ਮਹਾਰਾਜ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ। ਕਹਿੰਦੇ ਭਾਈ ਆ ਜਿਹੜੀ ਤੁਸੀਂ ਖੇਤੀ ਕਰਨ ਦੇ ਆ, ਇਹ ਖੇਤੀ ਜਦੋਂ ਤੁਹਾਡੇ ਘਰ ਆਈ, ਹੋ ਸਕਦਾ ਦਾਣੇ ਭੜੋਲੇ 'ਚ ਪਏ ਹੋਣ, ਪਰ ਆਪਾਂ ਨੂੰ ਖਾਣੇ ਨਸੀਬ ਨਾ ਹੋਣ। ਹੁਣ ਜਿਹੜਾ ਆਟਾ ਆਪਾਂ ਭਿਉਣੇ ਆ, ਤੁਹਾਨੂੰ ਗਰੰਟੀ ਆ ਵੀ ਉਹਦੀ ਰੋਟੀ ਆਪਾਂ ਖਾਵਾਂਗੇ? ਨਾ ਨਾ ਨਾ, ਭੁੱਲ ਜਾਓ। ਤੋ ਇਸ ਕਰਕੇ ਮਹਾਰਾਜ ਕਹਿੰਦੇ ਜਿਹੜੀ ਦੁਨਿਆਵੀ ਮਾਇਆ ਰੂਪੀ ਖੇਤੀ ਆ, ਬਾਬਾ ਮਾਇਆ ਸਾਥ ਨਾ ਹੋਏ। ਕਹਿੰਦੇ ਇਹਨੇ 1 ਮਿੰਟ ਵੀ, 1 ਦਾਣਾ ਵੀ ਤੇਰੇ ਨਾਲ ਨਹੀਂ ਜਾਵੇਗਾ। ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਏ। ਕਹਿੰਦੇ ਇਸ ਮਾਇਆ ਨੇ ਸਾਰੀ ਦੁਨੀਆ ਨੂੰ ਮੋਹ ਕੇ ਰੱਖਿਆ ਏ, ਬਿਰਲਾ ਬੂਝੈ ਕੋਏ। ਤੁਹਾਡੇ ਵਰਗੇ ਵਿਰਲੇ ਵਿਰਲੇ ਆ। ਬਾਬਾ ਅਤਰ ਸਿੰਘ ਜੀ ਪੜ੍ਹਦੇ ਹੁੰਦੇ ਸਨ, ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ, ਤੇਰੇ ਨਾਮ ਦੇ ਵਪਾਰੀ। ਨਾਮ ਦੇ ਵਪਾਰੀ, ਤੇਰੇ ਨਾਮ ਦੇ ਵਪਾਰੀ। ਵਿਰਲੇ ਵਿਰਲੇ ਜੀ 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 ਤੇਰੇ ਨਾਮ ਦੇ ਵਪਾਰੀ। ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾਵਾਂ, ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾਵਾਂ। ਐਸਿਆਂ ਗੁਰਾਂ ਤੋਂ ਮੈਂ ਬਲ ਬਲ ਜਾ। ਐਸਿਆਂ ਗੁਰਾਂ
घड़ी लगी आज हमारे परिवार दसिया असली हम हमारे ने असली कारोबार दसिया ये असली कारोबार केड़ा अपना वो तुसी कर रहे हैं मेरे ख्याल है बड़ा खुशी है अगे एतवार संगत होंगी सी नहीं हूँ रोज होंगी बाहर भी संगत मेरी रीत भैन कोई करनी है देना नहीं दे सकते तुम्हारी कृपा की सजे हम है सारिया संगत रोज वध तो वध लाभ ले रहे हैं हमारे कृपा करे दुख वाले मुख वाले मुख बीजी वाले मुख जाते हैं जो मांगे हमारे ने सब कोई भेजना भाई गुरु अर्जन साहब का बापू का घर है इतने सब झोली भरनी है क्योंकि गुरु साहब के गुरु को मुड़ता सी ले जावा लोग कुटिया नहीं जाता ट्रैक्टर को हरेक याद रखो बड़े तो बड़े काम जी दुनिया च मुड़ सकता तो मेरा गुरु